ਖਾੜਕੂਵਾਦ ਵੀ ਸੀਗਾ। ਉਦੋਂ ਵੀ ਕਹਿੰਦੇ ਜਿਹੜੇ ਪੱਗਾਂ ਬੰਨ੍ਹਦੇ ਸੀਗੇ ਜ਼ਿਆਦਾਤਰ ਮੁੰਡਿਆਂ ਨੂੰ ਟਾਰਗੇਟ ਕੀਤਾ ਜਾਂਦਾ ਸੀ, ਬੱਸਾਂ 'ਚੋਂ ਕੱਢ ਕੇ ਮਾਰ ਦੇਣਾ। ਕੀ ਇਹ ਉਹੀ ਇੰਟੈਂਸ਼ਨ ਅੱਜ ਉਹੀ ਦੌਰ ਦੁਹਰਾਇਆ ਜਾ ਰਿਹਾ ਹੈਗਾ ਕਿ ਸਾਨੂੰ ਯਾਦ ਦਿਵਾਉਣਾ ਚਾਹੁੰਦੇ ਆ ਇਹ? ਜੇ ਤੁਸੀਂ ਉਸ ਬੰਦੇ ਦੀ ਵਰਦੀ ਲਾ ਦਿਓ ਤੇ ਉਹਨੂੰ ਤੁਸੀਂ ਨਾਰਮਲ ਕੱਪੜੇ ਪਵਾਏ ਹੋਣ ਤੇ ਇਹ ਲੱਗਦਾ ਵੀ ਕੋਈ ਸੜਕ ਦਾ ਜਿਹੜਾ ਸੜਕ ਛਾਪ ਗੁੰਡਾ ਹੁੰਦਾ। ਇਹ ਸਿੱਖ ਕੌਮ ਦੇ ਨਾਲ ਅਕਸਰ ਹੁੰਦਾ ਆ ਕਿ ਇਹ ਲੰਗਰ ਵੀ ਛਕਾਉਂਦੇ ਆ ਤੇ ਬਾਅਦ ਚੋਂ ਫਿਰ ਡਾਂਗਾਂ ਵੀ ਖਾਂਦੇ। ਇੱਕ ਐਸਪੀ ਜੇ ਆ ਕਰ ਰਿਹਾ, ਉਹ ਥੱਲੇ ਵਾਲੇ ਏਐਸਆਈ ਨੂੰ ਤੁਸੀਂ ਹਾਇਰਾਰਕੀ ਦੇਖੋ, ਕਿੰਨੇ ਕਾਂਸਟੇਬਲਸ ਆ ਗਏ, ਕਿੰਨੇ ਉਹਦੇ ਥੱਲੇ ਡੀਐਸਪੀ ਆ ਗਏ, ਉਹਨਾਂ ਨੂੰ ਹੱਲਾਸ਼ੇਰੀ ਦੇ ਰਿਹਾ ਕਿ ਮੇਰਾ ਇਹ ਬਿਹੇਵੀਅਰ ਆ, ਤੁਸੀਂ ਵੀ ਕਰੋ। ਜਦੋਂ ਵੱਡਾ ਅਫਸਰ ਇਹ ਕਰੀ ਜਾਂਦਾ ਫਿਰ ਛੋਟੇ ਤਾਂ ਕਰਨਗੇ ਨਾ। ਸਾਡੀ ਤਾਂ 47 ਹਲੇ ਵੀ ਨਹੀਂ ਟੱਪੀ। ਉਦੋਂ ਵੀ ਅਸੀਂ ਹੱਕਾਂ ਲਈ ਲੜਦੇ ਸੀ, ਅੱਜ ਵੀ ਅਸੀਂ ਲੜ ਰਹੇ ਹਾਂ। ਹੁਣ ਦੀ ਡੇਟ ਦੇ ਵਿੱਚ ਵੀ ਮਸਤਾਨੇ ਵਰਗੀ ਫਿਲਮ ਆਈ ਹੈ ਜਿਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਉਸ ਵੇਲੇ ਕੀ ਹਾਲਾਤ ਸੀਗਾ। ਜੇ ਉਹਦੇ ਨਾਲ ਅਸੀਂ ਆਹ ਪੁਲਿਸ ਵਾਲਾ ਮੁਲਾਜ਼ਮ ਕੰਪੇਅਰ ਕਰੀਏ ਤੇ ਇਹ ਤਾਂ ਫਿਰ ਲੱਗਦਾ ਵੀ ਉਹ ਮੁਗਲਾਂ ਦੀ ਹੋਈ ਉਸ ਵੇਲੇ ਦੀ, ਜਿਹੜੀ ਇੱਥੇ ਇਸ ਵੇਲੇ ਇਸ ਤਰੀਕੇ ਦੇ ਨਾਲ ਮੌਜੂਦ ਆ। ਇੱਥੇ ਜਿਹੜੇ ਮੈਡਲ ਜਿੱਤ ਰਹੇ ਆ, ਤੁਸੀਂ ਇੰਟਰਵਿਊਜ਼ ਦੇਖ ਸਕਦੇ ਹੋ, ਬੱਚੀਆਂ ਝੋਨਾ ਲਾ ਰਹੀਆਂ ਇਸ ਵੇਲੇ ਮੈਡਲ ਜਿੱਤਣ ਵਾਲੀਆਂ। ਇੱਕ ਦੋ ਨੂੰ ਤੁਸੀਂ ਨੌਕਰੀਆਂ ਦੇਤੀਆਂ, ਬਾਕੀ ਕਿੱਥੇ ਨੇ? ਚਾਹ ਦੇ ਕੱਪ ਧੋਂਦੇ ਪਏ ਇੱਥੇ ਪਾਵਰ ਲਿਫਟਰ। 6 ਫੁੱਟਾ ਨੌਜਵਾਨ ਸੀ ਸਾਡਾ ਸਿੱਧੂ, ਠੀਕ ਹੈ, ਤੁਸੀਂ ਉਹਦੀ ਸਿਕਿਉਰਿਟੀ ਵਿਡਰੋ ਕੀਤੀ, ਤੁਸੀਂ ਉਹਦੀ ਬੀਨ ਵਜਾਤੀ। ਤੇ ਹੁਣ ਤੁਹਾਡੇ ਜਦੋਂ ਆਪਣੇ ਪੁਲਿਸ ਅਫੀਸ਼ੀਅਲਸ ਆਹ ਕੁਛ ਕਰ ਰਿਹਾ, ਜਦੋਂ ਇੱਥੇ ਕ੍ਰਿਮੀਨਲ ਆਉਂਦਾ ਜਿਹਨੇ ਸਾਡਾ ਨੌਜਵਾਨ ਸ਼ਰੇਆਮ ਮਾਰਿਆ, ਉਹਨੂੰ ਤਾਂ ਤੁਸੀਂ ਇਹ ਟ੍ਰੀਟਮੈਂਟ ਦਿੰਦੇ ਹੋ ਲਾਈਕ ਹੀ ਇਜ਼ ਯੋਰ ਸਨ ਇਨ ਲਾਅ। ਬੰਦੀ ਸਿੰਘਾਂ ਦੀ ਰਿਹਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਨਸਾਫ ਦੇ ਲਈ ਕੌਮੀ ਇਨਸਾਫ ਮੋਰਚਾ ਚੱਲ ਰਿਹਾ 8 ਮਹੀਨਿਆਂ ਤੋਂ। ਚੰਡੀਗੜ੍ਹ ਮੋਹਾਲੀ ਬਾਰਡਰ ਦੇ ਉੱਤੇ ਤਾਂ ਇੱਕ ਆਦੇਸ਼ ਆਉਂਦਾ ਗਾ, ਹਾਈ ਕੋਰਟ ਦਾ ਹੁਕਮ ਹੁੰਦਾ ਕਿ ਰਸਤਾ ਖੁਲਵਾਇਆ ਜਾਵੇ। ਇੱਕ ਵਿਅਕਤੀ ਦੇ ਵੱਲੋਂ ਅਪੀਲ ਪਾਈ ਜਾਂਦੀ ਆ, ਉਸ ਦੀ ਅਪੀਲ ਦੇ ਉੱਤੇ ਫੈਸਲਾ ਹੁੰਦਾ, ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀਆਂ ਟੀਮਾਂ ਆਉਂਦੀਆਂ ਨੇ ਅਤੇ ਰਸਤਾ ਖੁਲਵਾਉਣ ਦੀ ਕੋਸ਼ਿਸ਼ ਕਰਦੀਆਂ ਨੇ। ਹਾਲਾਂਕਿ ਸਹਿਮਤੀ ਤੱਕ ਹੋ ਜਾਂਦੀ ਆ, ਮੋਰਚੇ ਦੇ ਜਿਹੜੇ ਆਗੂ ਹੁੰਦੇ ਆ, ਤਾਲਮੇਲ ਕਮੇਟੀ, ਉਹ ਸਹਿਮਤੀ ਕਰ ਲੈਂਦੇ ਆ, ਸਮਝੌਤਾ ਹੋ ਜਾਂਦਾ ਵੀ ਕੋਈ ਗੱਲ ਨਹੀਂ, ਅਸੀਂ ਰਸਤਾ ਤੁਸੀਂ ਬੰਦ ਕੀਤਾ ਸੀ, ਖੋਲ੍ਹਣਾ ਚਾਹੁੰਦੇ ਹੋ ਖੋਲ੍ਹ ਲਓ। ਪਰ ਉਸ ਤੋਂ ਬਾਅਦ ਵੀ ਕੁਝ ਪੁਲਿਸ ਮੁਲਾਜ਼ਮ ਜਿਹੜੇ ਅਜਿਹੇ ਹੁੰਦੇ ਆ, ਪੁਲਿਸ ਦੇ ਸੀਨੀਅਰ ਅਫਸਰ ਅਜਿਹੇ ਹੁੰਦੇ ਆ ਜਿਨ੍ਹਾਂ ਦੇ ਵੱਲੋਂ ਆਪਣਾ ਅਸਲੀ ਰੂਪ ਕਹਿ ਦਈਏ ਦਿਖਾਇਆ ਜਾਂਦਾ। ਕਿਉਂਕਿ ਅਸਲੀ ਰੂਪ ਦੀ ਗੱਲ ਮੈਂ ਇਸ ਕਰਕੇ ਕੀਤੀ ਆ, ਜਦੋਂ ਉਹ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ, ਸਭ ਨੇ ਦੇਖੀਆਂ ਕਿ ਕਿਸ ਤਰੀਕੇ ਦੇ ਨਾਲ ਇੱਕ ਸੀਨੀਅਰ ਅਫਸਰ, ਐਸਪੀ ਰੈਂਕ ਦਾ ਇੱਕ ਅਫਸਰ, ਕਿਵੇਂ ਇੱਕ ਨਿਹੰਗ ਸਿੰਘ ਦੇ ਜਿਹੜਾ ਦੁਮਾਲਾ ਸਾਹਿਬ ਜਿਸ ਨੂੰ ਅਸੀਂ ਬੋਲਦੇ ਹਾਂ, ਉਸਨੇ ਮੁੱਕੇ ਮਾਰਿਆ, ਕਿਸ ਤਰੀਕੇ ਦੇ ਨਾਲ ਬੇਅਦਬੀ ਕਰਿਆ, ਅਤੇ ਜੋ ਸ਼ਬਦਾਵਲੀ ਉਸਦੇ ਵੱਲੋਂ ਵਰਤੀ ਜਾ ਰਹੀ ਸੀ ਉਹ ਵੀ ਬੇਹੱਦ ਹੀ ਨਿੰਦਣਯੋਗ ਆ। ਤਾਂ ਉਹ ਸਭ ਤਸਵੀਰਾਂ ਜਗਜ਼ਾਰ ਹੋਈਆਂ ਅਤੇ ਉਸਦੇ ਉੱਤੇ ਹਾਲੇ ਤੱਕ ਵੀ ਕੋਈ ਵੀ ਕਾਰਵਾਈ ਨਹੀਂ ਹੋਈਗੀ। ਇਸ ਦੀ ਬਾਬਤ ਗੱਲਬਾਤ ਕਰਾਂਗੇ। ਸਾਡੇ ਨਾਲ ਇੰਟਰਨੈਸ਼ਨਲ ਵਕੀਲ ਅੱਜ ਸਾਡੇ ਸਟੂਡੀਓ ਪਹੁੰਚੇ ਹੋਏ ਨੇ ਅਤੇ ਮੋਰਚੇ ਦੇ ਕਨਵੀਨਰ ਵੀ ਸਾਡੇ ਨਾਲ ਪਹੁੰਚੇ ਹੋਏ ਨੇ, ਉਹ ਵੀ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ, ਪਾਲ ਸਿੰਘ ਫਰਾਂਸ ਤੇ ਐਡਵੋਕੇਟ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਕੀਲ ਸਾਹਿਬ, ਪਹਿਲਾਂ ਤਾਂ ਜਿਹੜੀ ਇਹ ਘਟਨਾ ਹੋਈ, ਸਾਰਾ ਅੱਖੀ ਡਿੱਠਾ ਹਾਲ ਤੁਸੀਂ ਵੀ ਦੇਖ ਲਿਆ, ਲੋਕਾਂ ਨੇ ਵੀ ਵੇਖ ਲਿਆ, ਉਹ ਵੀਡੀਓਆਂ ਜਗਜ਼ਾਰ ਹੋ ਗਈਆਂ, ਸਾਹਮਣੇ ਆ ਗਿਆ ਕਿਸ ਤਰੀਕੇ ਦੇ ਨਾਲ ਹੁੰਦਾ। ਜਦੋਂ ਸਮਝੌਤਾ ਹੋ ਗਿਆ ਸੀ, ਸਾਰਾ ਕੁਝ ਹੋ ਗਿਆ ਸੀ, ਫਿਰ ਇੱਕ ਅਫਸਰ ਦੇ ਵੱਲੋਂ ਆ ਕੇ ਇਸ ਤਰੀਕੇ ਦਾ ਸਲੂਕ ਕਰਨਾ, ਕੀ ਇਹ ਵਾਜਬ? ਤੁਸੀਂ ਦੇਖੋ ਕਿ ਸਭ ਤੋਂ ਪਹਿਲਾਂ ਜੇ ਤੁਸੀਂ ਉਸ ਆਫਿਸਰ ਦੀ ਬਾਡੀ ਲੈਂਗੁਏਜ ਦੇਖੋ, ਜਿਹੜੇ ਤੱਤ ਇੱਥੇ ਮੈਂ ਸੰਗਤ ਦੇ ਸਾਹਮਣੇ ਲੈ ਕੇ ਆਉਣੇ ਚਾਹੁੰਦਾ ਕਿ ਸਭ ਤੋਂ ਪਹਿਲਾਂ ਪੁਲਿਸ ਨੂੰ ਜਦ ਉੱਥੇ ਉਹਨਾਂ ਕੋਲ ਇੱਕ ਅਵੇਲੇਬਲ ਮੈਨ ਪਾਵਰ ਹੈਗੀ ਆ, ਉਹਨਾਂ ਦੇ ਨਾਲ ਕਿੱਡੇ ਪੁਲਿਸ ਪਰਸੋਨਲ ਨੇ ਜੀ, ਉੱਥੇ ਉਹਨਾਂ ਨੂੰ ਕਹਿ ਰਹੇ ਆ ਕਿ ਆਹ ਥਾਂ ਦੇ ਉੱਤੇ ਇੱਕ ਨਿਸ਼ਾਨ ਸਾਹਿਬ ਲੱਗਿਆ ਹੋਇਆ ਜਿੱਥੋਂ ਸਾਰਾ ਮੁੱਦਾ ਉੱਠਦਾ ਜੀ, ਤੇ ਤੁਸੀਂ ਇਹਨੂੰ ਪੱਟ ਦਿਓ। ਤੇ ਹੁਣ ਉਹਨਾਂ ਨੇ ਸਿਰ ਤੇ ਖੁਦ ਪੱਗ ਬੱਝੀ ਆ। ਮੈਂ ਉਹਨਾਂ ਦੇ ਫੇਥ ਤੇ ਬਲੀਫ ਬਾਰੇ ਨਹੀਂ ਜਾਣਦਾ, ਕਿਉਂਕਿ ਜੇ ਕੋਈ ਇਸ ਫੇਥ ਦਾ ਚੌਥੀ ਜਮਾਤ ਦਾ ਜਵਾਕ ਵੀ ਆ, ਮੈਂ ਕਹਿੰਦਾ ਚੌਥੀ ਦਾ ਕੀ, ਜਿਹੜਾ ਰਿੜਦੇ ਤੋਂ ਤੁਰਦਾ ਜਵਾਕ ਵੀ ਆ, ਉਹ ਵੀ ਜਾਣਦਾ ਕਿ ਨਿਸ਼ਾਨ ਸਾਹਿਬ ਹੈ ਜਿਹੜਾ, ਅਸੀਂ ਕਿਤੇ ਵੀ ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ, ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੀ ਪਰਿਕਰਮਾ ਕਰੀਦੀ ਆ ਜੀ, ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਨਿਭਾਈਦਾ। ਉਹ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਨਿਸ਼ਾਨ ਸਾਹਿਬ। ਤੇ ਉਸ ਨਿਸ਼ਾਨ ਸਾਹਿਬ ਦੀ ਆੜ ਦੇ ਥੱਲੇ ਹੀ ਲੰਗਰ ਲੱਗਦੇ ਆ, ਜਿਹੜੇ ਪੁਲਿਸ ਮੁਲਾਜ਼ਮ ਖੁਦ ਉੱਥੇ ਛਕਦੇ ਰਹੇ ਆ। ਬਿਲਕੁਲ ਉੱਥੋਂ ਹੀ ਮੁਲਾਜ਼ਮ ਜਿਹੜੇ ਨੇ, ਅਕਸਰ ਹੁੰਦਾ ਆ ਇਹ ਸਿੱਖ ਕੌਮ ਦੇ ਨਾਲ ਅਕਸਰ ਹੁੰਦਾ ਆ ਕਿ ਇਹ ਲੰਗਰ ਵੀ ਛਕਾਉਂਦੇ ਆ ਤੇ ਬਾਅਦ ਚੋਂ ਫਿਰ ਡਾਂਗਾਂ ਵੀ ਖਾਂਦੇ ਆ। ਤੁਸੀਂ ਦੇਖੋ ਕਿ ਉਹ ਉਹਨਾਂ ਨੂੰ ਕਹਿ ਰਿਹਾ ਤੁਸੀਂ ਉਹ ਨਿਸ਼ਾਨ ਸਾਹਿਬ ਪੱਟ ਦਿਓ, ਉਹ ਯੂਥ ਕਹਿ ਰਹੇ ਆ ਕਿ ਇਹ ਬਾਬਾ ਲਾਭ ਸਿੰਘ ਜੀ ਨੇ ਲਾਇਆ ਤੇ ਉਹ ਆ ਕੇ ਪੱਟ ਦੇਣਗੇ। ਉਹ ਕੋਈ ਰੈਜ਼ਿਸਟੈਂਸ ਨਹੀਂ ਸ਼ੋਅ ਕਰਦੇ, ਕੁਛ ਨਹੀਂ ਦਿਖਾਉਂਦੇ ਉਸ ਆਫਿਸਰ ਨੂੰ। ਉਹਦੇ ਬਾਵਜੂਦ ਉਹ ਆਫਿਸਰ ਆਪਦੀ ਜਿਹੜੀ
ਅਹੁਦੇ ਦੀ ਦੁਰਵਰਤੋਂ ਅਸੀਂ ਕਹਿੰਦੇ ਆ। ਅਸੀਂ ਕਾਨੂੰਨ ਦੀਆਂ ਦਫਾਵਾਂ ਵੀ ਨਾਲ ਨਾਲ ਤੁਹਾਨੂੰ ਦੱਸਾਂਗੇ। ਉਹਨਾਂ ਨੂੰ ਯੂਥ ਨੂੰ ਓਵਰ ਪਾਵਰ ਕਰਕੇ, ਜਦ ਕਿ ਉਹਨਾਂ ਨੂੰ ਜੇ ਤੁਸੀਂ ਦੇਖੋ ਤੋਂ ਬਾਅਦ ਉਹਨਾਂ ਨੂੰ ਕਹਿੰਦਾ ਬੈਠੋ ਗੱਡੀ 'ਚ, ਉਹ ਕੋਈ ਰੈਜ਼ਿਸਟੈਂਸ ਨਹੀਂ ਸ਼ੋਅ ਕਰਦੇ, ਉਹ ਚੱਲ ਜਾਂਦੇ ਆ। ਜੇ ਉਹ ਚੀਜ਼ ਪਹਿਲਾਂ ਵੀ ਹੋ ਸਕਦੀ ਸੀ। ਮਤਲਬ ਇੱਥੇ ਇਹ ਗੱਲ ਸਾਬਤ ਹੁੰਦੀ ਹੈ ਕਿ ਉਹਨਾਂ ਨੇ ਯੂਥ ਨੂੰ ਭੜਕਣ ਦੇ ਉੱਤੇ ਮਜਬੂਰ ਕੀਤਾ। ਉਹਨਾਂ ਨੇ ਯੂਥ ਨੂੰ ਭਟਕਣ ਤੋਂ ਪਹਿਲਾਂ ਵੀ, ਅਸੀਂ ਜੇ ਕਹੀਏ ਇਕੱਲੇ ਉਹ ਯੂਥ ਨੂੰ ਨਹੀਂ, ਇਹ ਟਾਰਗੇਟ ਹੈ ਜਾਂ ਕੀ ਹੈ ਜਾਂ ਪਲੈਨਿੰਗ ਹੈ, ਜਾਂ ਤੁਸੀਂ ਜੇ ਉਸ ਆਫੀਸਰ ਦੀ ਬਾਡੀ ਲੈਂਗੁਏਜ ਦੇਖੋ, ਸੜਕ ਦਾ ਇੱਕ ਜਿਹੜਾ 2 ਕੋੜੀ ਦਾ ਕੋਈ ਗੁੰਡਾ ਬਦਮਾਸ਼ ਹੈ, ਜਿਹਨੂੰ ਅਸੀਂ 5 ਨੰਬਰੀ 10 ਨੰਬਰੀ ਕਹਿੰਦੇ ਆ, ਜਰਾਇਮ ਪੇਸ਼ਾ ਕਹਿੰਦੇ ਆ, ਬਿਲਕੁਲ ਉਹਨਾਂ ਤੋਂ ਤਾਂ ਅਸੀਂ ਐਕਸਪੈਕਟ ਕਰ ਸਕਦੇ ਹਾਂ। ਪਰ ਇੱਕ SP ਰੈਂਕ ਦਾ ਆਫੀਸਰ, ਇੱਕ PPS ਰੈਂਕ ਦਾ ਆਫੀਸਰ, ਜੀ ਤੁਸੀਂ ਦੇਖੋ, ਉਹਦੇ ਤੋਂ ਅਸੀਂ ਇਹ ਗੁੰਡਿਆਂ ਵਾਲੀ ਜਿਹੜੀ ਬਾਡੀ ਲੈਂਗੁਏਜ ਹੈ, ਜਾਂ ਜੇ ਉਹਦੇ ਕੋਈ ਮਾਨਸਿਕ ਬਿਮਾਰੀ ਹੈ, ਵੀ ਮੈਂਟਲ ਹੈਲਥ ਇੰਡੀਆ ਦੇ ਵਿੱਚ ਬਹੁਤ ਵੱਡਾ ਇਸ਼ੂ ਹੈ ਜੀ, ਵੀ ਹੋ ਸਕਦਾ ਕਿਸੇ ਮਾਨਸਿਕ ਬਿਮਾਰੀ ਨਾਲ ਗ੍ਰਸਤ ਹੈ ਵਿਚਾਰਾ, ਜਾਂ ਕੋਈ ਉਹਨੂੰ ਪਰਸਨਲ ਕਿਹੜ ਹੈ, ਇਹ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ ਜੀ। ਜਿਹੜੀ ਇੱਥੇ ਹੈਰਾਨੀ ਵਾਲੀ ਗੱਲ ਹੈ, ਕਿਉਂਕਿ ਨਾ ਤਾਂ ਸਰਵਿਸ ਐਨਲਿਸਟਮੈਂਟ ਰੂਲਸ ਨੇ ਜਿਹੜੇ ਪੰਜਾਬ ਦੇ, ਉਹ ਇਹ ਡਾਇਰੈਕਟਰੀ ਇਸ਼ੂ ਕਰਦੇ ਆ, ਨਾ ਤਾਂ ਇੰਡੀਅਨ ਕਨਸਟੀਟਿਊਸ਼ਨ ਕਹਿੰਦਾ। ਇੰਡੀਅਨ ਕਨਸਟੀਟਿਊਸ਼ਨ ਪੀਸਫੁਲ ਪ੍ਰੋਟੈਸਟ ਦਾ ਹੱਕ ਦਿੰਦਾ। ਤੇ ਜੇ ਤੁਸੀਂ ਇੰਟਰਨੈਸ਼ਨਲ ਲਾਜ਼ ਦੀ ਗੱਲ ਕਰਦੇ ਹੋ, ਯੂਨਾਈਟਿਡ ਨੇਸ਼ਨਸ ਦੇ ਜਨਰਲ ਅਸੈਂਬਲੀ ਦੇ 10 ਪੀਸਫੁਲ ਪ੍ਰਿੰਸੀਪਲਸ ਹੈਗੇ ਆ ਜੀ। ਜਿਹੜਾ ਕਿਸਾਨਾਂ ਦਾ ਮੋਰਚਾ ਲੱਗਿਆ ਸੀਗਾ ਦਿੱਲੀ, ਉਸ ਵੇਲੇ ਸੁਪਰੀਮ ਕੋਰਟ ਨੇ ਰੈਕੋਗਨਾਈਜ਼ ਕੀਤਾ ਸੀ ਕਿ ਇਹ ਪ੍ਰੋਟੈਸਟ ਹੈ, ਜਿਵੇਂ ਗਾਂਧੀ ਨੇ ਕੀਤੇ ਆ, ਉਸੇ ਤਰੀਕੇ ਨਾਲ ਇਹ ਮੋਰਚਾ ਲੱਗਿਆ। ਹੁਣ ਇੱਥੇ ਜੇ ਸਾਰਾ ਕੁਝ ਕੰਪਰੋਮਾਈਜ਼ਰੀ ਸਿਚੁਏਸ਼ਨ 'ਚ ਹੋ ਰਿਹਾ, ਦੇਖੋ ਅਸੀਂ ਤਾਂ ਹੱਕਾਂ ਦੀ ਗੱਲ ਕਰ ਰਹੇ ਹਾਂ, ਇੱਥੇ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ, ਵੀ ਆਰ ਰੈਡੀ ਟੂ ਕੋਆਪਰੇਟ। ਜਿੱਥੇ ਹਾਈ ਕੋਰਟ ਨੇ ਜੇ ਸੰਗਿਆਨ ਲਿਆ, ਉੱਥੇ ਵੀ ਮੋਰਚੇ ਨੇ ਕੋਆਪਰੇਟ ਕਰਕੇ ਉਹ ਰਾਹ ਖੋਲ ਦਿੱਤਾ। ਜੇ ਸਭ ਕੁਝ ਹੋ ਰਿਹਾ, ਉਹਦੇ ਬਾਵਜੂਦ ਜੇ ਤੁਸੀਂ ਦਸਤਾਰਾਂ ਤੇ ਆ, ਹੁਣ ਜਿਵੇਂ ਦੁਮਾਲੇ ਦੀ ਤੁਸੀਂ ਗੱਲ ਕਰਦੇ ਹੋ, ਦੁਮਾਲਾ ਬਾਬਾ ਫਤਿਹ ਸਿੰਘ ਜੀ ਦਾ ਪ੍ਰਤੀਕ ਹੈ। ਅਸੀਂ ਨਾਦਰ ਸ਼ਾਹ ਦੇ ਵੇਲੇ ਤਾਂ ਦੇਖਿਆ ਸੀ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀਗੇ ਜੀ, ਉਹਨਾਂ ਨੂੰ ਐ ਘਰਾਂ 'ਚੋਂ ਕੱਢ ਕੇ ਜਲੀਲ ਕੀਤਾ ਜਾਂਦਾ ਸੀ। ਬਿਲਕੁਲ, ਜਿਹਨੂੰ ਉਹ ਜਿੱਲਤ ਸਿੰਘ ਦਾ ਚੜ੍ਹਦੀ ਕਲਾ 'ਚ ਰਹਿੰਦਾ, ਉਹਨੂੰ ਫਰਕ ਨਹੀਂ ਪੈਂਦਾ। ਹੁਣ ਵੀ ਤੁਸੀਂ ਦੇਖੋ ਦਮਾਲੇ ਦੇ ਉੱਤੇ ਬਾਰ-ਬਾਰ ਅਟੈਕ ਕੀਤਾ ਜਾ ਰਿਹਾ, ਤੇ ਉਹ ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਨੂੰ ਇਹ ਪਤਾ ਕਿ ਸਿਰ ਕਿੱਥੇ ਝੁਕਾਉਣਾ ਤੇ ਛਿੱਤਰ ਕਿੱਥੇ ਦਿਖਾਉਣਾ, ਜਿਨ੍ਹਾਂ ਨੂੰ ਉਸ ਵੇਲੇ ਦੇ ਨਿਜ਼ਾਮ ਨੇ ਸ਼ਹੀਦ ਕਰ ਦਿੱਤਾ। ਤੇ ਅੱਜ ਦੀ ਡੇਟ ਦੇ ਵਿੱਚ ਵੀ ਜਿਹੜਾ ਕੋਈ ਆਵਾਜ਼ ਚੱਕਦਾ, ਜੇ ਅਸੀਂ ਦੇਖੀਏ ਥੋੜਾ ਚਿਰ ਪਹਿਲਾਂ ਹੀ, ਇੱਕ ਪਾਸੇ ਤਾਂ ਪੁਲਿਸ ਐਕਸ਼ਨ ਐਡੇ ਵੱਡੇ ਹੋ ਜਾਂਦੇ ਆ, ਗੁਰੂ ਘਰਾਂ ਦੇ ਵਿੱਚ ਸੰਗਤਾਂ ਦੀਆਂ ਤਲਾਸ਼ੀਆਂ ਵੀ ਹੋ ਜਾਂਦੀਆਂ, ਉੱਥੇ ਦੂਜੇ ਪਾਸੇ ਪ੍ਰਸ਼ਾਸਨ ਜਿਹੜਾ ਆ ਵੀ ਘੋੜੇ ਵੇਚ ਕੇ ਕਿਸੇ ਗਹਿਰੀ ਨੀਂਦ ਸੁੱਤਾ ਹੋਇਆ। ਜਿਹੜੇ ਉੱਪਰ ਦੇ ਅਫੀਸ਼ੀਅਲਸ ਨੇ, ਕਿਉਂਕਿ ਜੇ ਇਸ ਲੈਵਲ ਦਾ ਇੱਕ ਪੁਲਿਸ ਅਫੀਸ਼ੀਅਲ ਹੈ, SP ਤੋਂ ਜਿਹੜੇ ਥੱਲੇ DSPs ਨੇ, ਜਿਹੜੇ ਥੱਲੇ ਉਹਦੇ ਕਨਸਟੇਬਲੇਟਰੀ ਆ, ਉਹਨਾਂ ਨੂੰ ਕੀ ਮੈਸੇਜ ਕਨਵੇ ਕਰ ਰਿਹਾ ਵੀ ਤੁਸੀਂ ਇਸੇ ਤਰੀਕੇ ਨਾਲ ਦਸਤਾਰਾਂ ਰੋਲੋ ਇਹਨਾਂ ਦੀਆਂ। ਇਹ ਚੀਜ਼ ਬਹੁਤ ਜ਼ਿਆਦਾ ਜਿਹੜੀ ਹੈ ਵੀ ਐਗਜ਼ੈਂਪਲਰੀ ਐਕਸ਼ਨ ਜਿਹਨੂੰ ਆਪਾਂ ਕਹਿੰਦੇ ਆ, ਕਿਉਂਕਿ 295A ਦੀ ਜੇ ਅਸੀਂ ਗੱਲ ਕਰੀਏ, ਇੱਕ ਕਮਿਊਨਿਟੀ ਨੂੰ ਤੁਸੀਂ ਇੱਕ ਦਸਤਾਰ ਨੂੰ, ਆਸਟ੍ਰੇਲੀਆ ਵਰਗੇ ਕੰਟਰੀਜ਼ ਦੇ ਵਿੱਚ ਜਿੱਥੇ ਦਸਤਾਰ ਦੀ ਬੇਅਦਬੀ ਹੋਈ ਹੈ, ਜਿੱਥੇ ਸਿੱਖ ਧਰਮ ਇਵੋਲਵ ਨਹੀਂ ਹੋਇਆ, ਜਿੱਥੇ ਇਹਨਾਂ ਨੇ ਬਾਅਦ ਚੋਂ ਕੰਟਰੀਬਿਊਟ ਕੀਤਾ, ਉੱਥੇ ਤੱਕ ਦੀ ਜੁਡੀਸ਼ਰੀ ਕਮੈਂਟਰੀ ਕਰ ਰਹੀ ਆ ਕਿ ਪੱਗ ਦੀ ਕੀ ਇੰਪੋਰਟੈਂਸ ਹੈ। ਤੇ ਇਹ ਮੁਲਾਜ਼ਮ ਤਾਂ ਸਿਰ ਤੇ ਆਪ ਪੱਗ ਬੰਨ੍ਹਦਾ। ਬਿਲਕੁਲ, ਇਹਨੂੰ ਇਹ ਕੁਐਸਚਨ ਜਿਹੜਾ ਆ ਸਿਸਟਮ ਨੂੰ ਕਰਨਾ ਚਾਹੀਦਾ, ਕਿਉਂਕਿ ਕੋਈ ਬਨਾਨਾ ਰਿਪਬਲਿਕ ਤਾਂ ਹੈ ਨਹੀਂ। ਅਸੀਂ ਆਮ ਕਹਿੰਦੇ ਆ ਵੀ ਕੋਈ ਬੁਰਛਾਗਰਦੀ ਵਾਲਾ ਰੂਲ ਤਾਂ ਹੈ ਨਹੀਂ, ਵੀ ਕੋਈ ਵੀ ਆਇਆ ਕੋਈ ਵੀ ਚਲਾ ਗਿਆ। ਵਰਲਡ ਦੀ ਲਾਰਜੈਸਟ ਡੈਮੋਕ੍ਰੇਸੀ ਹੈ, ਜਿਹਦੇ ਵਿੱਚ ਇਸ ਤਰੀਕੇ ਨਾਲ ਹੱਕ ਮੰਗਣ ਦੇ ਉੱਤੇ ਵੀ ਇਸ ਤਰੀਕੇ ਨਾਲ ਜਲੀਲ ਕੀਤਾ ਜਾਊਗਾ। ਤੇ ਫਿਰ ਜਦੋਂ ਸਾਡਾ ਯੂਥ ਥੋੜਾ ਜਿਹਾ ਰੈਡੀਕਲ ਹੁੰਦਾ, ਜਿਹਨੂੰ ਇਹ ਰੈਡੀਕਲਿਜ਼ਮ ਕਹਿੰਦੇ ਆ, ਜਦ ਕਿ ਜੇ ਇਸ ਤਰੀਕੇ ਦਾ ਤੁਸੀਂ ਫੀਅਰ ਸਾਈਕੋਸਿਸ ਇਨਸਟਿਲ ਕਰੋ ਮਾਈਨੋਰਿਟੀਜ਼ ਦੇ ਵਿੱਚ, ਤੇ ਜੀਨੋਸਾਈਡਲ ਇੰਪਲਸ ਦੀ ਥਿਊਰੀ ਕਹਿੰਦੀ ਹੈ ਜਦੋਂ ਕਿਸੇ ਦੀ ਤੁਸੀਂ ਨਸਲ ਨੂੰ ਖਤਮ ਕਰਨਾ ਨਾ, ਤੁਸੀਂ ਉਹਦੇ ਰਿਲੀਜੀਅਸ ਸਿੰਬਲਸ ਤੇ ਅਟੈਕ ਕਰਦੇ ਹੋ। ਤੇ ਦਮਾਲੇ ਦੇ ਉੱਤੇ ਜਿਹੜੇ ਮੁੱਕੇ ਮਾਰ ਰਹੇ ਆ, ਮਨਸ਼ਾ ਆ, ਇਹ ਕੋਈ ਛੋਟੀ ਮੋਟੀ ਜਿਹੜੀ ਹੈ ਇੰਟੈਂਸ਼ਨ, ਇਹਦੀ ਬਹੁਤ ਜ਼ਿਆਦਾ ਦੂਰ ਤੱਕ ਜਾਂਦੀ ਹੈ। ਅੱਛਾ, ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਇੰਟੈਂਸ਼ਨ ਉਹਦੀ ਹੋ ਸਕਦੀ, ਕਿ ਉਹ ਮੌਕੇ ਦੇ ਉੱਤੇ ਹੋਇਆ, ਜਾਂ ਕਿ ਉਹਦੀ ਮਨਘੜਤੀ ਪਹਿਲਾਂ ਹੀ ਸੋਚ ਹੀ ਇਦਾਂ ਦੀ ਸੀਗੀ ਯਾਰ ਵੀ ਇਹਨਾਂ ਦੇ ਪ੍ਰਤੀ ਜਿਵੇਂ ਇੱਕ ਨਫ਼ਰਤ ਹੁੰਦੀ ਆ, ਹੈ ਨਾ। ਅਕਸਰ ਅਸੀਂ 84 ਦਾ ਦੌਰ ਵੀ ਵੇਖਿਆ ਸੀ, 92 ਦਾ ਦੌਰ ਵੀ ਹੰਢਾਇਆ, ਖਾੜਕੂਵਾਦ ਵੀ ਸੀਗਾ। ਉਦੋਂ ਵੀ ਕਹਿੰਦੇ ਜਿਹੜੇ ਪੱਗਾਂ ਬੰਨ੍ਹਦੇ ਸੀਗੇ ਜ਼ਿਆਦਾਤਰ ਮੁੰਡਿਆਂ ਨੂੰ ਟਾਰਗੇਟ ਕੀਤਾ ਜਾਂਦਾ ਸੀ, ਬੱਸਾਂ 'ਚੋਂ ਕੱਢ ਕੇ ਮਾਰ ਦੇਣਾ। ਕੀ ਇਹ ਉਹੀ ਇੰਟੈਂਸ਼ਨ ਅੱਜ ਉਹੀ ਦੌਰ ਦੁਹਰਾਇਆ ਜਾ ਰਿਹਾ ਹੈਗਾ ਕਿ ਸਾਨੂੰ ਯਾਦ ਦਿਵਾਉਣਾ ਚਾਹੁੰਦੇ ਇਹ ਉਹ ਮਾਹੌਲ, ਕੀ ਇਸ ਤੋਂ ਸਾਬਤ ਕੀ ਕਰਨਾ ਚਾਹੁੰਦੇ ਇਹ? ਕੀ ਲੱਗਦਾ ਤੁਹਾਨੂੰ ਇਹਦੇ ਬਾਰੇ? ਦੇਖੋ, ਕ੍ਰਿਮੀਨੋਲੋਜੀ ਇੱਕ ਸਬਜੈਕਟ ਹੁੰਦਾ ਵੀ ਗੁਨਾਹ ਕਿਵੇਂ ਪਣਪਦਾ। ਕੋਈ ਮਾਂ ਦੀ ਕੁੱਖ 'ਚੋਂ ਅੱਤਵਾਦੀ ਪੈਦਾ ਨਹੀਂ ਹੁੰਦਾ। ਬਿਲਕੁਲ, ਅਸੀਂ ਸਿਸਟਮ 'ਚ ਦੇਖ ਸਕਦੇ ਹਾਂ ਕਿਵੇਂ ਨੈਸ਼ਨਲ ਲੈਵਲ ਦੇ ਜਿਹੜੇ ਹੁਣ ਵੀ ਜਿਹੜੇ ਸਾਡੇ ਬੱਚੇ ਨੇ, ਕੋਈ ਡਿਸਕਸ ਥਰੋ ਦਾ, ਕੋਈ ਹੈਮਰ ਥਰੋ ਦਾ, ਨੈਸ਼ਨਲ ਲੈਵਲ ਦੇ ਪਲੇਅਰ ਸੀਗੇ, ਉਹ ਜਿਹੜੇ ਰਾਹਾਂ ਵੱਲ ਨੂੰ ਤੁਰ ਪਏ ਨੇ, ਸਿਸਟਮ ਬਣਾਉਂਦਾ ਉਹਨਾਂ ਨੂੰ ਜੀ।
ਇੱਥੇ ਵੀ ਇਸ ਤਰੀਕੇ ਦੇ ਜਿਹੜੇ ਆਫੀਸ਼ੀਅਲਸ ਨੇ, ਮੈਂ ਪੰਜਾਬ ਸਰਕਾਰ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਸਿੱਧਾ ਇਹ ਸੰਕੇਤ ਦੇਣਾ, ਮੈਂ 1 ਰੁਪਿਆ ਨਹੀਂ ਚਾਰਜ ਕਰਦਾ ਇਹਨਾਂ ਦੀ ਸਰਕਾਰ ਤੋਂ। ਇਸ ਤਰੀਕੇ ਦੇ ਆਫੀਸ਼ੀਅਲਸ ਨੂੰ ਜਦੋਂ ਕੁਐਸਚਨ ਕਰਨਾ, ਇੰਟੈਰੋਗੇਟ ਕਰਨਾ, ਮੈਨੂੰ ਉਹਦਾ ਪਾਠ ਬਣਾਇਆ ਜਾਵੇ। ਮੈਂ ਕੁਝ ਸਵਾਲ ਜਿਹੜੇ ਨੇ ਉਹਨਾਂ ਦੇ ਜ਼ਰੀਏ ਸਿਸਟਮ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਕਿ ਇਹਨਾਂ ਬੰਦਿਆਂ ਦੀ ਮਨਸ਼ਾ ਕੀ ਆ। ਔਰ ਜੇ ਬੰਦਿਆਂ ਦਾ ਆਪਣਾ ਮਾਨਸਿਕ ਸੰਤੁਲਨ ਜਿਹੜਾ ਆ ਨਹੀਂ ਹੈਗਾ, ਦੇਖੋ ਜਦੋਂ ਅਸੀਂ IAS IPS ਦੀ ਤਿਆਰੀ ਕਰਦੇ ਹਾਂ, ਉਹਦੇ 'ਚ ਇੱਕ ਐਥਿਕਸ ਦਾ ਪੇਪਰ ਹੁੰਦਾ, ਬਿਲਕੁਲ, ਉਹਦੇ 'ਚ ਤੁਹਾਡਾ ਮੈਂਟਲ ਬੈਲੈਂਸ ਚੈੱਕ ਹੁੰਦਾ ਜੀ। ਜੇ ਬੰਦਿਆਂ ਦਾ ਆਪਣਾ ਮਾਨਸਿਕ ਸੰਤੁਲਨ ਨਹੀਂ ਸਹੀ ਹੈਗਾ, ਇਹਨਾਂ ਨੂੰ ਇਖਲਾਕ ਦਾ ਨਹੀਂ ਪਤਾ, ਨੈਤਿਕ ਕਦਰਾਂ ਕੀਮਤਾਂ ਦਾ ਨਹੀਂ ਪਤਾ, ਇਹ ਠੰਡੇ ਦਿਮਾਗ ਦੇ ਨਾਲ ਇੱਕ ਡਿਸੀਜਨ ਹੀ ਨਹੀਂ ਲੈ ਸਕਦੇ, ਇਹ ਬੰਦੇ ਤਾਂ ਫਿਰ ਹੁਣ ਇਹ ਬੰਦਾ ਜੇ ਇਹੀ ਕਿਸੇ 11ਵੀਂ 12ਵੀਂ ਦੇ ਬੱਚੇ ਨਾਲ ਕਰੇਗਾ, ਉਹਨੂੰ ਐਡੀ ਸੁਰਤੀ ਨਹੀਂ ਹੁੰਦੀ। ਜਿਸ ਤਰੀਕੇ ਨਾਲ ਉਹਨੂੰ ਥ੍ਰੈਟਨ ਕੀਤਾ ਗਿਆ, ਉਹਨੂੰ ਲੈ ਕੇ ਜਾਇਆ ਗਿਆ, ਮਤਲਬ ਦਫਾਵਾਂ ਦੇ ਉੱਤੇ, ਕਾਨੂੰਨ ਦੇ ਉੱਤੇ ਬਹੁਤ ਕੁਝ ਹੈ। ਉਹ ਤਾਂ ਅਸੀਂ ਕੋਟਾ ਕਚਹਿਰੀਆਂ 'ਚ ਧੱਕੇ ਖਾਂਦੇ ਰਹੇ ਹਾਂ ਤੇ ਇਨਸਾਫ ਲੈ ਹੀ ਲਾਂਗੇ, ਤੇ ਜਾਂ ਫਿਰ ਲੀਹ 'ਚ ਖੜੇ ਆ, ਸਜ਼ਾਵਾਂ ਭੁਗਤ ਲੀਆਂ ਜੀ, ਉਹ ਸਾਰਾ ਕੁਝ ਤਾਂ ਚੱਲ ਰਿਹਾ। ਪਰ ਇਹ ਇੱਕ ਤੁਸੀਂ ਕਿਸੇ ਆਮ ਨਾਗਰਿਕ ਨੂੰ ਵੀ ਦਿਖਾਓ ਤੇ ਉਹ ਵੀ ਦੇਖੂਗਾ, ਤੇ ਜੇ ਤੁਸੀਂ ਉਸ ਬੰਦੇ ਦੀ ਵਰਦੀ ਲਾ ਦਿਓ ਤੇ ਉਹਨੂੰ ਤੁਸੀਂ ਨਾਰਮਲ ਕੱਪੜੇ ਪਵਾਏ ਹੋਣ, ਤੇ ਇਹ ਲੱਗਦਾ ਵੀ ਕੋਈ ਸੜਕ ਦਾ ਜਿਹੜਾ ਸੜਕ ਛਾਪ ਗੁੰਡਾ ਹੁੰਦਾ। ਮੈਂ ਉਹਦੀ ਬਾਡੀ ਲੈਂਗੁਏਜ ਦੀ ਗੱਲ ਕਰ ਰਿਹਾ, ਬਿਲਕੁਲ, ਵੀ ਉਹ ਇੱਕ ਓਵਰ ਅਬਿਊਜ਼ ਆਫ ਪਾਵਰ ਜਿਹਨੂੰ ਆਪਾਂ ਕਹਿੰਦੇ ਆ, ਜੋ ਕੁਝ ਅੱਗੇ ਹੋਇਆ ਜੀ। ਜਿਵੇਂ ਆਪਾਂ ਅੱਜ ਭਾਈ ਖਾਲੜਾ ਜੀ ਦੀ ਜੇ ਸ਼ਹਾਦਤ ਨੂੰ ਯਾਦ ਕਰੀਏ, ਬਿਲਕੁਲ 25,000 ਲਾਵਾਰਿਸ ਲਾਸ਼ਾਂ ਨੂੰ ਗਿਣਦਿਆਂ ਅੱਜ ਦੇ ਦਿਨ ਹੀ 1995 ਦੇ ਵਿੱਚ ਉਹਨਾਂ ਨੂੰ ਜਦੋਂ ਲੈ ਕੇ ਗਈ ਪੁਲਿਸ, ਉਹ ਖੁਦ ਜਿਹੜੇ ਨੇ ਗੁੰਮਸ਼ੁਦਾ ਕਰ ਦਿੱਤੇ ਗਏ। ਬਿਲਕੁਲ। ਹੁਣ ਇੱਥੇ ਗੱਲ ਆਉਂਦੀ ਹੈ ਕਿ ਸਾਡੇ ਕੋਲ KPS ਗਿੱਲ ਵਰਗੇ ਬੁੱਚੜਾਂ ਦੀ ਐਗਜ਼ਾਮਪਲ ਪੁਲਿਸ ਪੈਦਾ ਕਰਨੀ ਚਾਹੁੰਦੀ ਆ, ਕਿ ਦੂਜੇ ਪਾਸੇ ਨੇਕ ਪੁਲਿਸ ਵਾਲੇ ਵੀ ਹੋਏ ਨੇ, ਪ੍ਰਕਾਸ਼ ਸਿੰਘ ਵਰਗੇ ਵੀ ਹੋਏ ਨੇ, ਜਿਨ੍ਹਾਂ ਨੇ ਜੇਲ੍ਹ ਇਨਮੇਟਸ ਤੇ ਬਹੁਤ ਕੰਮ ਕੀਤਾ। ਬਿਲਕੁਲ। ਜਿਹੜਾ ਸਵਾਲ ਹੈ ਇੱਥੇ, ਬਿਲਕੁਲ ਬਹੁਤ ਵੱਡਾ ਸਵਾਲ ਹੈ ਇਹ ਵੀ, ਕਿ ਪੁਲਿਸ ਅੱਜ ਇਹੀ ਗੱਲ ਸਾਹਮਣੇ ਦੁਬਾਰੇ ਆ ਰਹੀ ਹੈ ਨਾ, ਜਦੋਂ ਅਸੀਂ ਕਮੈਂਟ ਪੜ੍ਹਦੇ ਹਾਂ ਜਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ, ਪੁਰਾਣੇ ਬਜ਼ੁਰਗਾਂ ਨਾਲ ਗੱਲ ਕਰੀਦੀ ਆ, ਉਹਨਾਂ ਦੇ ਮਨਾਂ ਦੀ ਤਾਂ ਇਹੀ ਧਾਰਨਾ ਆਉਂਦੀ ਆ ਵੀ ਉਹ ਕਹਿੰਦੇ ਵੀ ਇਹ ਜਿਸ ਤਰੀਕੇ ਦਾ ਰਾਜ ਜਦੋਂ ਪਹਿਲਾਂ ਹੁੰਦਾ ਸੀ, ਅਸੀਂ ਦੇਖਿਆ KPS ਨੇ ਜੋ ਕੀਤਾ ਸੀ, ਉਹ ਚੀਜ਼ਾਂ ਸਾਨੂੰ ਤਾਂ ਅੱਖਾਂ ਸਾਹਮਣੇ ਆ ਜਾਂਦੀਆਂ ਜਦੋਂ ਅਸੀਂ ਇਹੋ ਜਿਹੀਆਂ ਵੀਡੀਓਆਂ ਦੇਖਦੇ ਹਾਂ। ਹੁਣ ਤੁਹਾਨੂੰ ਮੈਂ ਉਹਦਾ ਵੀ ਇੱਕ ਡੇਟਾ ਸਾਈਟ ਕਰਦਾ, ਜਦੋਂ ਭਾਈ ਜਗਤਾਰ ਸਿੰਘ ਹਵਾਰਾ ਤੇ ਹੋਰ ਨੌਜਵਾਨਾਂ ਨੂੰ ਜੀ, ਜਿਨ੍ਹਾਂ ਨੂੰ ਇਹਨਾਂ ਰਾਮਾਲ ਮੋੜਿਆ ਗਿਆ, ਜਦੋਂ ਆਹ ਸਟੈਪ ਲੈਂਦੇ ਆ, ਉਹ ਤੋਂ ਬਾਅਦ ਸਿੱਖ ਯੂਥ ਦੀ ਕਿਲਿੰਗ ਵੀ ਘਟ ਜਾਂਦੀ ਆ, ਸਭ ਕੁਝ ਘਟ ਜਾਂਦਾ, ਕਿਉਂਕਿ ਕ੍ਰਾਈਮ ਦਾ ਪਰਪਸ ਕੀ ਆ ਜੀ, ਸਮਾਜ ਵਿੱਚ ਅਸ਼ਾਂਤੀ ਫੈਲਾਉਣਾ। ਪਨਿਸ਼ਮੈਂਟ ਦਾ ਪਰਪਸ ਕੀ ਆ, ਕ੍ਰਾਈਮ ਨੂੰ ਖਤਮ ਕਰਨਾ। ਹੁਣ ਪਨਿਸ਼ਮੈਂਟ ਜਿਹੜੀ ਆ ਰੂਲਿੰਗ ਸਟੇਟ ਕਰਦੀ ਆ, ਪਨਿਸ਼ਮੈਂਟ ਕੋਈ ਵੀ ਇੰਪੋਜ਼ ਕਰ ਸਕਦਾ। ਜੇ ਅਸੀਂ ਆਹ ਗੱਲਾਂ ਦੀ ਸਬਜੈਕਟਿਵਿਟੀ ਲਈਏ, ਹੁਣ ਜੇ ਰੂਲਿੰਗ ਸਟੇਟ ਹੀ ਤੁਸੀਂ ਦੇਖੋ, ਦੇਸ਼ ਕਿਹਨਾਂ ਚੀਜ਼ਾਂ ਤੇ ਬਣਦੇ ਹੁੰਦੇ ਨੇ, ਲਿਬਰਟੀ, ਇਕੁਐਲਿਟੀ, ਪ੍ਰੋਪਰਟੀ, ਇਹਨਾਂ ਚੀਜ਼ਾਂ ਤੇ ਅਮਰੀਕਾ ਬਣਿਆ ਜੀ। ਚੌਥੀ ਚੀਜ਼ ਆ ਗਈ ਪਰਸੂਟ ਆਫ ਹੈਪੀਨੈਸ, ਮਤਲਬ ਖੁਸ਼ੀ ਨਾਲ ਜ਼ਿੰਦਗੀ ਜੀਣ ਦਾ ਹੱਕ। ਜੇ ਇਹ ਚੀਜ਼ਾਂ ਹੀ ਸਾਡੇ ਤੋਂ ਖੋਹ ਲਈਆਂ ਜਾਣਗੀਆਂ ਜੀ, ਤੇ ਸਟੇਟ ਦਾ ਪਰਪਸ ਤਾਂ ਫੇਲ ਹੋ ਰਿਹਾ। ਤੇ ਇਹ ਸਾਰੇ ਟੈਕਸ ਪੇਇੰਗ ਸਿਟੀਜ਼ਨ ਨੇ, ਲਾਅ ਅਬਾਈਡਿੰਗ ਸਿਟੀਜ਼ਨ ਨੇ, ਕਿੰਨੇ ਹੀ ਮੁਲਾਜ਼ਮ ਆ ਕੇ ਇੱਥੇ ਲੰਗਰ ਛਕ ਰਹੇ ਆ, ਇੱਥੇ ਆ ਕੇ ਛਾਵਾਂ 'ਚ ਬਹਿੰਦੇ ਆ ਧੁੱਪੇ। ਬਿਲਕੁਲ। ਤੇ ਇਹ ਪੁਲਿਸ ਵਾਲੇ ਜੇ ਇਸ ਤਰੀਕੇ ਨਾਲ, ਇਹ ਆਪਣੇ ਹੀ ਲੋਕ ਨੇ, ਕਿਉਂ ਆ ਕੇ ਇੱਥੇ ਬਹਿ ਗਏ ਆ? ਐਡੀ ਤਪਦੀ ਗਰਮੀ 'ਚ ਕਿਹਦਾ ਦਿਲ ਕਰਦਾ ਬਹਿਣ ਨੂੰ ਜੀ? ਸਿਰਫ ਔਰ ਸਿਰਫ ਫॉर ਦਾ ਸੇਕ ਆਫ ਜਸਟਿਸ, ਇਨਸਾਫ ਵਾਸਤੇ। ਵਕੀਲ ਸਾਹਿਬ, ਇਕੱਲਾ ਉਹ ਮੁੰਡੇ ਨਾਲ ਹੀ ਨਹੀਂ ਹੋਇਆ, ਜਿਸ ਤਰੀਕੇ ਦੇ ਨਾਲ ਬਾਪੂ ਜੀ ਨੂੰ ਵੀ ਚੱਕ ਕੇ ਪੁਲਿਸ ਮੁਲਾਜ਼ਮ ਲੈ ਕੇ ਜਾਂਦੇ ਆ, ਉਹ ਵੀ ਲੋਕ ਉਹਦੀ ਵੀ ਨਿੰਦਿਆ ਕਰ ਰਹੇ ਆ ਨਾ, ਵੀ ਇੱਕ ਬਜ਼ੁਰਗ ਬੰਦਾ, ਇੱਕ ਸੀਨੀਅਰ ਸਿਟੀਜ਼ਨ ਦੇ ਵਿੱਚ ਅੱਜ ਦੀ ਡੇਟ 'ਚ ਉਹ ਆ ਜਾਂਦੇ ਆ, ਸਾਰੇ ਸਤਿਕਾਰ ਕਰਦੇ ਆ। ਤੇ ਸਭ ਤੋਂ ਵੱਧ ਦੇਖਿਆ ਕਿ ਉਹੀ ਬਾਪੂ ਜੀ ਨੇ ਜਿਹੜੇ ਅਕਸਰ ਸਿਆਲਾਂ ਦੇ ਦਿਨਾਂ 'ਚ ਜਾ ਕੇ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਚਾਹ ਛਕਾਉਣੀ, ਕਦੇ ਪ੍ਰਸ਼ਾਦੇ ਛਕਾਉਣੇ, ਕਦੇ ਕਾਹਦੀ ਸੇਵਾ ਕਰਨੀ ਹੈ ਨਾ, ਕਦੇ ਉਹਨਾਂ ਨੂੰ ਪੁੱਛਣਾ ਵੀ ਭੁੱਖੇ ਤਾਂ ਨਹੀਂ, ਤਿਆਹੇ ਤਾਂ ਨਹੀਂ, ਤਾਂ ਉਹਨਾਂ ਦੇ ਨਾਲ ਜਿਸ ਤਰੀਕੇ ਦਾ ਵਿਹਾਰ ਪੰਜਾਬ ਪੁਲਿਸ ਦਾ ਦਿਖਿਆ, ਜੋ ਜਿਵੇਂ ਕਹਿੰਦੇ ਇੱਕ ਝੋਲਾ ਚੁੱਕਦੇ ਹੁੰਦੇ ਜਾਂ ਅਸੀਂ ਬੋਰੀ ਚੁੱਕਦੇ ਹੁੰਦੇ, ਉਵੇਂ ਚੁੱਕ ਕੇ ਉਹਨਾਂ ਨੂੰ ਪਾਸੇ ਕਰ ਦੇਣਾ, ਕੀ ਉਹ ਵੀ ਵਾਜਬ? ਤੁਸੀਂ ਦੇਖੋ ਕਿ 90 ਸਾਲ ਦੇ ਕਰੀਬ ਉਹਨਾਂ ਦੀ ਉਮਰ ਦੱਸੀ ਜਾਂਦੀ ਹੈ, ਸੀਨੀਅਰ ਸਿਟੀਜ਼ਨ ਆ ਗਏ। ਬਿਲਕੁਲ। ਤੇ ਸੀਨੀਅਰ ਸਿਟੀਜ਼ਨਸ ਵਾਸਤੇ ਤਾਂ ਇੰਡੀਆ 'ਚ ਸਕੀਮਸ ਨੇ, 4 ਵਲਨਰੇਬਲ ਗਰੁੱਪਸ ਨੇ, ਮਤਲਬ ਜਿਨ੍ਹਾਂ ਨੂੰ ਖਤਰਾ ਕੁਛ, ਉਹਨਾਂ 'ਚ ਸੀਨੀਅਰ ਸਿਟੀਜ਼ਨਸ ਆਉਂਦੇ ਨੇ, ਜਿਨ੍ਹਾਂ ਨੂੰ ਆਪਾਂ ਐਲਡਰਲੀ ਕਹਿ ਦਿੰਦੇ ਆ, ਚਿਲਡਰਨ ਆਉਂਦੇ ਆ, ਮਾਈਨੋਰਿਟੀਜ਼ ਆਉਂਦੀਆਂ ਜੀ, ਤੇ ਇਹ ਜਿਹੜਾ ਚੌਥਾ ਗਰੁੱਪ ਆਉਂਦਾ ਉਹ ਆ ਜਿਹੜੇ LGBTQ ਸਾਰੇ ਆ ਗਏ, ਹੈ ਨਾ। ਹੁਣ ਤੁਸੀਂ ਪੁਲਿਸ ਦਾ ਜਿਹੜਾ ਵਰਤਾਰਾ ਆ ਇਹਨਾਂ ਸਾਰਿਆਂ ਨਾਲ ਦੇਖ ਸਕਦੇ ਹੋ।
ਜੇ ਪੁਲਿਸ ਆਪਣੀ ਜੋਬ ਪ੍ਰੋਪਰ ਕਰੇ ਤੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਨਹੀਂ ਹੁੰਦੀ। ਪਰ ਇੱਥੇ ਜੋ ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ, ਇਹ ਬੰਦਿਆਂ ਦੇ ਨਾਲ ਜੇ ਪੀਸਫੁਲੀ ਗੱਲ ਕੀਤੀ ਜਾਂਦੀ, ਸਭ ਕੁਝ ਕੀਤਾ ਜਾਂਦਾ। ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ, ਉਹ ਵੀਡੀਓ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜ਼ਰੀਆ। ਇੱਕ ਮੈਂ ਤੁਹਾਨੂੰ ਹੋਰ ਚੀਜ਼ ਤੁਹਾਡੇ ਚੈਨਲ ਜ਼ਰੀਏ ਦੱਸ ਦੇਣਾ ਚਾਹਾਂ, ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦਾ ਸੈਕਸ਼ਨ 66A, ਜਿਹੜਾ ਕੋਈ ਵੀ ਵੀਡੀਓ ਦੇਖਦਾ ਉਹ ਬਤੌਰ ਥਾਣੇ ਦੇ ਵਿੱਚ ਜਾ ਕੇ ਕਹਿ ਸਕਦਾ ਕਿ ਇਹਦੇ ਨਾਲ ਸਾਡੀਆਂ ਭਾਵਨਾਵਾਂ ਜਿਹੜੀਆਂ ਨੇ ਆਹਤ ਹੋਈਆਂ ਨੇ। ਠੀਕ ਹੈ, ਕਿਉਂਕਿ ਦੇਖੋ ਇੱਕ ਨਾਰਮਲ ਜੀ ਗੱਲ ਆ ਕਿ ਜਿਹੜਾ ਬੰਦਾ ਇੱਕ ਇਹੋ ਜਿਹੇ ਅਹੁਦੇ ਤੇ ਬੈਠਾ, ਪੁਲਿਸ ਇਜ਼ ਲਾਅ ਇੰਪਲੀਮੈਂਟੇਸ਼ਨ ਏਜੰਸੀ, ਜੋ ਬੰਦੇ ਆਹ ਗਲਤੀਆਂ ਕਰ ਰਹੇ ਨੇ ਤੇ ਉਹਨਾਂ ਨੂੰ ਤਾਂ ਐਗਜ਼ੈਂਪਲਰੀ ਪਨਿਸ਼ਮੈਂਟ ਦੇਣੀ ਚਾਹੀਦੀ ਆ, ਉਦਾਹਰਣਯੋਗ ਸਜ਼ਾ ਦੇਣੀ ਚਾਹੀਦੀ ਆ, ਕਿਉਂਕਿ ਉਹਨਾਂ ਨੇ ਤਾਂ ਫੋਲੋ ਕਰਨਾ, ਉਹਨਾਂ ਨੇ ਇਨਸਾਫ ਦਿਵਾਉਣਾ। ਜੇ ਉਹੀ ਆ ਸਾਰਾ ਕੁਝ ਕਰਨਗੇ ਤੇ ਇਹਦੇ ਨਾਲ ਜਿਹੜੀ ਹੈ ਅਰਾਜਕਤਾ ਫੈਲ ਰਹੀ ਹੈ ਸਟੇਟ ਦੇ ਵਿੱਚ। ਤੇ ਹੈਰਾਨੀ ਦੀ ਗੱਲ ਇਹ ਹੈ ਕਿ ਕੋਈ ਮਾੜਾ ਮੋਟਾ ਜਿਹੜਾ ਯੂਥ ਆ, ਇੱਕ ਪਾਸੇ ਤੁਸੀਂ ਸਿਰਫ ਇੱਕ ਫੋਟੋ ਦੇ ਬੇਸਿਸ ਦੇ ਉੱਤੇ ਕਿਸੇ ਨਾਲ 10ਵੀਂ 12ਵੀਂ ਦੇ ਬੱਚਿਆਂ ਤੱਕ ਨੂੰ ਇੰਟੈਰੋਗੇਟ ਕਰ ਰਹੇ ਹੋ, ਉਹਨਾਂ ਦੇ ਬੋਰਡ ਦੇ ਪੇਪਰ ਹੈ, ਤੁਹਾਨੂੰ ਬੱਚਿਆਂ ਤੇ ਤਰਸ ਨਹੀਂ ਆਇਆ। ਪੁਲਿਸ ਪ੍ਰਸ਼ਾਸਨ ਨੇ ਜੋ ਕੀਤਾ, ਜੋ ਪਿਛਲੇ ਦੌਰ 'ਚ ਹੋਇਆ, ਬਿਲਕੁਲ ਠੀਕ ਹੈ। ਤੇ ਦੂਜੇ ਪਾਸੇ ਇੱਥੇ ਪ੍ਰਸ਼ਾਸਨ ਕਿਹੜੇ ਘੋੜਿਆਂ ਦੀ ਨੀਂਦ ਸੁੱਤਾ ਪਿਆ ਵੇਚ ਕੇ, ਜਿਹੜੀ ਹੈਰਾਨੀ ਦੀ ਗੱਲ ਆ। ਹਾਲੇ ਤੱਕ ਉਹਦੇ ਉੱਤੇ ਦੇਖੋ, ਜੇ ਹੋਵੇ ਤਾਂ ਸੂ ਮੋਟੋ ਐਕਸ਼ਨ ਆਉਣਾ ਚਾਹੀਦਾ। ਡੀਜੀਪੀ ਸਾਹਿਬ ਬੜੇ ਐਕਟਿਵ ਨੇ, ਸੋਸ਼ਲ ਮੀਡੀਆ ਤੇ ਐਕਟਿਵ ਨੇ, ਹਰ ਥਾਂ ਤੇ ਬਿਆਨਬਾਜ਼ੀ ਹੈਗੀ ਆ ਉਹਨਾਂ ਦੀ। ਉਹ ਕਹਿੰਦੇ ਆ ਕਿ ਅਸੀਂ ਐਗਜ਼ੈਂਪਲਰੀ ਪੁਲਿਸਿੰਗ ਦੇਵਾਂਗੇ ਪੰਜਾਬ ਨੂੰ। ਕੀ ਇਹ ਐਗਜ਼ੈਂਪਲਰੀ ਪੁਲਿਸਿੰਗ ਹੈ ਕਿ ਮੋਹਾਲੀ ਜਿਹੜਾ ਪੰਜਾਬ ਦਾ ਇੱਕ ਹਾਰਟ ਹੈ, ਜਿੱਥੇ ਅਸੀਂ ਇੰਡਸਟਰੀਅਲ ਹੱਬ ਦੀ ਗੱਲ ਕਰਦੇ ਹਾਂ, ਜਿੱਥੇ ਅਸੀਂ ਸਾਰਾ ਮਤਲਬ ਵੀ ਨਵੇਂ ਹਿਊਮਨ ਰਿਸੋਰਸ ਦੀ ਗੱਲ ਕਰਦੇ ਹਾਂ ਜੀ, ਕਿ ਉੱਥੇ ਤੁਸੀਂ ਇਸ ਤਰੀਕੇ ਦੀ ਪੁਲਿਸਿੰਗ ਦੇ ਰਹੇ ਹੋ? ਜੇ ਇਸ ਲੈਵਲ ਦੇ ਕਪੈਸਿਟੀ ਦੇ ਆਫੀਸਰ ਜਿਹੜੇ ਨੇ ਮੋਹਾਲੀ ਵਰਗੇ ਸ਼ਹਿਰ ਦੇ ਵਿੱਚ, ਜਿਹੜਾ ਕਿ ਵਨ ਆਫ ਦਾ ਮੇਜਰ ਕਮਰਸ਼ੀਅਲ ਹਬਸ ਹੈ ਪੰਜਾਬ ਦਾ, ਇੱਥੇ ਸਰਵ ਕਰ ਰਿਹਾ, ਤੇ ਅਸੀਂ ਪੇਂਡੂ ਇਲਾਕਿਆਂ ਦੇ ਵਿੱਚ ਤਾਂ ਫਿਰ ਉਮੀਦ ਹੀ ਨਹੀਂ ਕਰ ਸਕਦੇ ਵੀ ਉੱਥੇ ਕਿਸ ਤਰੀਕੇ ਦੇ ਪੁਲਿਸ ਵਾਲੇ ਬੈਠੇ ਨੇ। ਬਿਲਕੁਲ ਜੀ। ਤਾਂ ਫਰਾਂ ਸਾਹਿਬ, ਕਨਵੀਨਰ ਹੋਣ ਦੇ ਨਾਤੇ ਤੁਸੀਂ ਮੋਰਚੇ ਦੇ ਵੱਲੋਂ ਕਿਵੇਂ ਦੇਖਦੇ ਹੋ ਇਹ ਸਾਰੀ ਘਟਨਾ ਨੂੰ? ਹਾਲਾਂਕਿ ਤੁਹਾਡੇ ਵੱਲੋਂ ਪੂਰਾ ਸਾਥ ਦਿੱਤਾ ਗਿਆ ਸੀਗਾ, ਹੈ ਨਾ, ਤੁਸੀਂ ਕਿਹਾ ਸੀ ਕਿ ਕੋਈ ਗੱਲ ਨਹੀਂ, ਅਸੀਂ ਖਲਵਾ ਦਾਂਗੇ। ਸਵੇਰੇ ਵੀ ਪ੍ਰਸ਼ਾਸਨ ਆਉਂਦਾ, ਉਸ ਤੋਂ ਬਾਅਦ ਸ਼ਾਮ ਨੂੰ ਇਹ ਕਾਰਵਾਈ ਹੁੰਦੀ ਹੈ। ਸਵੇਰੇ ਕੋਈ ਗੱਲਬਾਤ ਹੋ ਜਾਂਦੀ ਹੈ, ਪ੍ਰਸ਼ਾਸਨ ਵਾਪਸ ਚਲਾ ਜਾਂਦਾ, ਸ਼ਾਮ ਨੂੰ ਕਾਰਵਾਈ ਹੁੰਦੀ ਆ। ਤੁਹਾਡਾ ਪਹਿਲਾਂ ਵੀ ਇੱਕ ਬਿਆਨ ਆਇਆ ਚੈਨਲ ਦੇ ਉੱਤੇ, ਤੁਸੀਂ ਕਿਹਾ ਵੀ ਜੋ ਨਿੰਦਿਆ ਹੋਈ ਹੈ ਗਲਤ ਹੋਇਆ, ਹੈ ਨਾ ਇਹ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਏਗੀ। ਅੱਜ ਤੀਜਾ ਦਿਨ ਸ਼ੁਰੂ ਹੋ ਗਿਆ, ਚੌਥਾ, ਹੈ ਨਾ, ਹਾਲੇ ਤੱਕ ਵੀ ਜਿਹੜਾ ਪ੍ਰਸ਼ਾਸਨ ਸੁੱਤਾ ਪਿਆ ਹੈਗਾ, ਉਹ ਅਫਸਰ ਦੇ ਉੱਤੇ ਕੋਈ ਕਾਰਵਾਈ ਨਹੀਂ। ਮੋਰਚਾ ਵੀ ਇਸ ਦੇ ਉੱਤੇ ਕੋਈ ਐਕਸ਼ਨ ਲਏਗਾ? ਬਿਲਕੁਲ ਲਏਗਾ ਜੀ। ਅਸੀਂ ਦੇਖ ਰਹੇ ਹਾਂ CM ਨੂੰ, ਹੋਮ ਮਿਨਿਸਟਰ ਨੂੰ, DGP ਸਾਹਿਬ ਨੂੰ, ਕਿ ਏਡੇ ਵੱਡੇ ਆਫਿਸਰ, ਇੱਕ SP ਰੈਂਕ ਬਹੁਤ ਵੱਡਾ ਹੁੰਦਾ ਹੈ, ਬਿਲਕੁਲ SSP ਸਾਰਾ ਜ਼ਿਲ੍ਹਾ ਸਾਂਭਦਾ, ਉਹਨੇ ਜੇ ਏਡਾ ਇਹੋ ਜਿਹੀ ਗੱਲ ਕੀਤੀ ਆ, ਆਪਣੀ ਤਾਕਤ ਦੀ, ਆਪਣੀ ਸ਼ਕਤੀ ਦੀ, ਆਪਣੀ ਪਾਵਰ ਦੀ, ਆਪਣੀ ਵਰਦੀ ਦੀ ਵਰਤੋਂ ਕਰਕੇ ਅਸਭਿਅਕ ਲਫ਼ਜ਼ ਵਰਤੇ ਨੇ, ਗਾਲਾਂ ਕੱਢੀਆਂ ਨੇ ਪਬਲਿਕ ਦੇ ਸਾਹਮਣੇ। ਉਹਨਾਂ ਸਿੰਘਾਂ ਦੇ ਜਿਨ੍ਹਾਂ ਨੇ ਕੋਈ ਵਿਰੋਧ ਨਹੀਂ ਕਰ ਰਹੇ ਸੀ, ਉਹਦੇ ਸ਼ਾਂਤਮਈ ਢੰਗ ਨਾਲ ਦੇ ਨਾਲ ਵੀ ਗਏ ਨੇ, ਉਹਨਾਂ ਦੇ ਘਸੁੰਡੇ ਮਾਰੇ ਨੇ ਦਮਾਲੇ ਦੇ। ਅਸੀਂ ਇਹ ਬੇਨਤੀ ਕਰਾਂਗੇ, ਇਹਨਾਂ ਨੂੰ ਅਪੀਲ ਕਰਾਂਗੇ ਕਿ ਜੇ ਨਾ ਹੀ ਕੋਈ ਇਹਨਾਂ ਨੇ ਐਕਸ਼ਨ ਲਿਆ, ਸਰਕਾਰ ਨੇ ਜਾਂ DGP ਸਾਹਿਬ ਨੇ, ਅਸੀਂ ਫਿਰ ਕੋਰਟ 'ਚ ਜਾਵਾਂਗੇ। ਕੋਰਟ ਜਾ ਕੇ ਇਹਨੂੰ ਪੁੱਛਾਂਗੇ ਕਿ ਇਹਨੇ ਅਣਮਨੁੱਖੀ ਤਸ਼ੱਦਦ ਕੀਤਾ ਉਹਨਾਂ ਸਿੰਘਾਂ ਤੇ, ਉਹਨਾਂ ਦੀ ਕਿੰਨੀ ਉਹਨਾਂ ਦੀ ਬੇਇੱਜ਼ਤ ਕੀਤਾ, ਉਹਨਾਂ ਦੇ ਥੱਪੜ ਮਾਰ ਕੇ ਖਿੱਚਤੂ ਕੀਤੀ ਹੈ, ਉਹਨਾਂ ਨੂੰ ਕਿੰਨਾ ਜਲੀਲ ਕੀਤਾ। ਇਹ ਜਿਹੜੀ ਆਪਣੀ ਹੈਗੀ ਅਣਮਨੁੱਖੀ ਕੰਮ ਕੀਤਾ ਵਾ, ਮਨੁੱਖਾਂ ਨਾਲ ਇਨਸਾਨੀਅਤ ਵਾਲਾ ਕੰਮ ਨਹੀਂ, ਹਵਾਨੀਅਤ ਵਾਲਾ ਕੰਮ ਕੀਤਾ। ਤੇ ਕੋਰਟ ਵਿੱਚ ਜਾਵਾਂਗੇ ਇਹਦੇ ਵਿਰੁੱਧ, ਤੇ ਇਹ ਕੋਈ ਵੀ ਜੋਬ ਕਰਨ ਦੀ ਯੋਗ ਨਹੀਂ। ਇਹਦਾ ਮੈਂਟਲ ਵੀ, ਇਹਦਾ ਦਿਮਾਗ ਵੀ ਚੈੱਕ ਕਰਨਾ ਚਾਹੀਦਾ। ਕੋਈ ਇਹਨੂੰ ਪਰੇਸ਼ਾਨੀ ਤਾਂ ਨਹੀਂ ਸੀ, ਕੀ ਸੀ, ਕਿਉਂ ਇਹਨੇ ਕੀਤਾ? ਕੱਲ੍ਹ ਨੂੰ ਹੋਰ ਵੀ ਕੋਈ ਇੱਦਾਂ ਦਾ ਕੰਮ ਕਰੂਗਾ, ਮਾੜਾ ਕੰਮ ਕਰੂਗਾ, ਲੋਕਾਂ ਦੇ ਡਰ ਪੈਦਾ ਅੱਗੇ ਬਹੁਤ ਜ਼ਿਆਦਾ ਪੁਲਿਸ ਦਾ। ਹੁਣ ਉਹ ਹੋਰ ਡਰ ਪੈਦਾ ਹੋ ਗਿਆ ਵੀ ਪਤਾ ਨਹੀਂ ਇਹਨੇ ਕੀ ਕਰਦਾ ਨੇ, ਏਡੇ ਅਫਸਰ ਨੇ ਬਹੁਤ ਗਲਤ ਕੰਮ ਕੀਤਾ। ਅਸੀਂ ਨਾ ਕਿਸੇ ਨੇ ਸਾਡੀ ਸੁਣਵਾਈ ਕੀਤੀ, ਇਹ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਵੀ ਇਹ ਬੰਦਾ ਜਿਹੜਾ ਯੋਗ ਨਹੀਂ, ਇਹਨੂੰ ਬਿਲਕੁਲ ਨਹੀਂ ਇਸ ਜੋਬ ਦੇ ਉੱਤੇ ਰੱਖਣਾ ਚਾਹੀਦਾ। ਕਿਤੇ ਇਹ ਮਨਸ਼ਾ ਤਾਂ ਨਹੀਂ ਹੈਗੀ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਵੀ ਮੋਰਚੇ ਦੇ ਵਿੱਚ ਹੋਰ ਸੰਗਤ ਆਵੇ ਨਾ, ਕਿ ਜਿਵੇਂ 8 ਫਰਵਰੀ ਦੀ ਘਟਨਾ ਹੋਈ ਸੀ, ਉਸ ਤੋਂ ਬਾਅਦ ਬਹੁਤ ਸੰਗਤ ਘਟ ਗਏ, ਹੈ ਨਾ, ਵੀ ਪੁਲਿਸ ਇਸ ਤਰੀਕੇ ਦੇ ਨਾਲ ਕਰਦੀ ਆ, ਤੁਸੀਂ ਨਾ ਜਾਓ, ਪਰਚੇ ਪੈ ਜਾਣਗੇ, ਜੇਲ੍ਹਾਂ 'ਚ ਡੱਕ ਦੇਣਗੇ। ਜਾਂ ਅੰਮ੍ਰਿਤਪਾਲ ਵਾਲਾ ਕੇਸ ਹੋਇਆ, ਉਦੋਂ ਪੰਜਾਬ ਦਾ ਜਿਸ ਤਰੀਕੇ ਦੇ ਨਾਲ ਮਾਹੌਲ ਬਣਾਇਆ ਗਿਆ, ਕਿਤੇ ਇਹ ਮਨਸ਼ਾ ਤਾਂ ਨਹੀਂ ਹੈਗੀ ਸਰਕਾਰ ਜਾਂ ਪ੍ਰਸ਼ਾਸਨ ਦੀ, ਕਿਤੇ ਉਹ ਚਾਹੁੰਦੇ ਹੋਣ ਕਿ ਮੋਰਚਾ ਹੋਰ ਅੱਗੇ ਵਧੇ ਨਾ, ਜਿਹੜੇ ਆ 4 ਬੈਠੇ ਆ ਇਹ ਵੀ ਭੱਜ ਜਾਣ ਤੇ ਜਗ੍ਹਾ ਖਾਲੀ ਹੋ ਜੇ?
ਇਹ ਦੇਖੋ ਜਿਹੜਾ ਪ੍ਰਸ਼ਾਸਨ ਹੈ ਜੋ ਮਰਜ਼ੀ ਕਰ ਲਵੇ ਜੀ, ਸਾਨੂੰ ਲੋਕ ਸ਼ਕਤੀ ਤੇ ਗੁਰੂ ਤੇ ਪੂਰਾ ਵਿਸ਼ਵਾਸ ਹੈ। ਅਸੀਂ ਲੋਕ ਕਚਹਿਰੀ ਚਲੇ ਜਾਵਾਂਗੇ ਕਿ 8 ਮਹੀਨੇ ਹੋ ਗਏ ਸ਼ਾਂਤਮਈ ਢੰਗ ਨਾਲ ਮੋਰਚਾ ਲਾਇਆ। ਅਸੀਂ 26 ਫਰਵਰੀ ਦਾ ਸ਼ਾਂਤਮਈ ਪ੍ਰੋਗਰਾਮ ਕੀਤਾ, ਕਿਸੇ ਇੱਕ ਦੇ ਝਰੀਟ ਨਹੀਂ ਆਈ, ਕਿਸੇ ਦੀ ਕੋਈ ਕਾਰ ਨੂੰ ਕੋਈ ਹੋਰ ਨੂੰ ਨੁਕਸਾਨ ਨਹੀਂ ਪਹੁੰਚਿਆ। 70,000 ਦੇ ਕਰੀਬ ਸੰਗਤਾਂ ਸੀ, ਏਜੰਸੀਆਂ ਦੱਸ ਰਹੀਆਂ ਨੇ ਇਹਨਾਂ ਦੀਆਂ। ਹੁਣ 35-40 ਹਜ਼ਾਰ ਦਾ ਹੁਣ 15 ਅਗਸਤ ਨੂੰ ਇਕੱਠ ਹੋਇਆ। ਅਸੀਂ ਮਤਲਬ ਸ਼ਾਂਤਮਈ ਢੰਗ ਨਾਲ ਪ੍ਰੋਗਰਾਮ ਕੀਤਾ ਆਪਣੀਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਦੂਸਰੀ ਚੰਡੀਗੜ੍ਹ ਦੀਆਂ ਬਰੂਹਾਂ ਦੇ ਕੀਤਾ। ਇਹ ਲੋਕਾਂ ਦੇ ਵਿੱਚ ਲੋਕਾਂ ਨੂੰ ਪਤਾ ਹੈ, ਲੋਕ ਕਚਹਿਰੀ ਬਹੁਤ ਤਕੜੀ ਹੁੰਦੀ ਹੈ। ਅਸੀਂ ਉਹਦੇ ਵਿੱਚ ਰੱਖਾਂਗੇ ਮਸਲਾ, ਲੋਕਾਂ ਨੂੰ ਪਤਾ ਵੀ ਲੱਗ ਗਿਆ ਕਿ ਪੁਲਿਸ ਕੀ ਕਰ ਰਹੀ ਆ, ਕੋਈ ਡਰ ਨਹੀਂ, ਲੋਕਾਂ ਨੂੰ ਸਮਝ ਆ। ਅਸੀਂ ਸਮਝਾਵਾਂਗੇ ਵੀ ਜੇ ਸਾਡੇ ਰਸਤੇ ਬੰਦ ਕਰਦੀ ਹੈ ਪੁਲਿਸ ਜਾਂ ਸਰਕਾਰ ਕਿ ਕੋਈ ਅਸੀਂ ਮੈਸੇਜ ਕੋਈ ਦੇ ਨਹੀਂ ਸਕਦੇ, ਸੋਸ਼ਲ ਮੀਡੀਆ ਤੇ ਇਹ ਰੋਕ ਲਾ ਦਿੰਦੇ ਨੇ, ਉੱਥੇ ਮੀਡੀਆ ਨੂੰ ਰੋਕਦੇ ਨੇ, ਦਬਕਾਉਂਦੇ ਧਮਕਾਉਂਦੇ ਨੇ। ਬਾਕੀ ਫਿਰ ਸਾਡੇ ਕੋਲ ਸਿੱਧਾ ਰਸਤਾ, ਸਿੱਧਾ ਲੋਕਾਂ ਨਾਲ ਰਾਬਤਾ ਕਾਇਮ ਕਰਾਂਗੇ ਵੀ ਆਹ ਕੁਛ ਹੁਣ ਤੱਕ ਸਾਡੇ ਨਾਲ ਕੀਤਾ, ਵਾਅਦੇ ਖਿਲਾਫੀ ਕੀਤੀ ਹੈ, ਹੁਣ ਤੱਕ ਕੋਈ ਸਾਡੀ ਮੰਗ ਨਹੀਂ ਮੰਨੀ। ਹੁਣ ਸਾਡੇ ਤੇ ਇਹ ਨੌਜਵਾਨਾਂ ਤੇ ਤਸ਼ੱਦਦ ਕਰਕੇ ਡਰਾਉਣਾ ਧਮਕਾਉਣਾ ਚਾਹੁੰਦੀ ਹੈ। ਸਾਡੀ ਅਪੀਲ ਹੈ ਤੁਹਾਡੇ ਮਾਧਿਅਮ ਥਰੂ ਕਿ ਦੁਨੀਆ ਦੇ ਸਾਰੇ ਲੋਕਾਂ ਨੂੰ ਕਿ ਇਹਨੂੰ ਆਪਾਂ ਇਹਨਾਂ ਨੂੰ ਸਬਕ ਵੀ ਸਿਖਾਉਣਾ ਸਰਕਾਰ ਨੂੰ, ਜਿਹੜੇ ਜਿਸ ਤਰ੍ਹਾਂ 92 MLA ਬਣਾਏ ਨੇ ਲੋਕਾਂ ਨੇ, ਦੂਸਰੀਆਂ ਨੂੰ ਸਬਕ ਸਿਖਾਇਆ। ਇਹ ਵੀ ਕੋਈ ਵੱਡੀ ਬਾਗ ਦੀ ਮੂੜੀ ਨਹੀਂ ਜਿਹੜੀ ਹੁਣ ਸਰਕਾਰ ਹੈ। ਇਹਨੂੰ ਦੱਸਾਂਗੇ ਵੀ ਤੁਸੀਂ ਕੀ ਕੁਛ ਲੋਕਾਂ ਨਾਲ ਕੀਤਾ, ਕਿੱਦਾਂ ਕਿਤੇ ਤੁਸੀਂ ਵਾਅਦੇ ਖਿਲਾਫੀ ਕੀਤੀ, ਸਾਡੇ ਨਾਲ ਵੀ ਲੋਕਾਂ ਨਾਲ ਵੀ ਕੀਤੀ ਹੈ। ਤੇ ਇਸ ਕਰਕੇ ਸਾਨੂੰ ਕੋਈ ਡਰ ਨਹੀਂ ਆ। ਲੋਕਾਂ ਦੇ ਵਿੱਚ ਅਸੀਂ ਲਿਜਾਵਾਂਗੇ, ਲੋਕਾਂ ਨੂੰ ਦੱਸਾਂਗੇ ਕਿ ਇਹ ਚੱਲਦਾ ਰਹਿੰਦਾ ਕੰਮ, ਪਰ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ। ਇਹਨੂੰ ਪੂਰੀ ਤਰ੍ਹਾਂ ਕੋਰਟ, ਜੇ ਨਾ ਸਰਕਾਰ ਨੇ ਕੋਈ ਨਿਆਂ ਦਿੱਤਾ, DGP ਨੇ ਨਾ ਨਿਆਂ ਦਿੱਤਾ, ਤਾਂ ਅਸੀਂ ਕੋਰਟ ਵਿੱਚ ਇਹਨੂੰ ਖਿੱਚਾਂਗੇ। ਅੱਛਾ ਵਕੀਲ ਸਾਹਿਬ, ਜਿਵੇਂ ਅਕਸਰ ਅਸੀਂ ਗੱਲ ਕਰੀਏ ਜਾਂ ਕੋਈ ਛੋਟਾ ਪੁਲਿਸ ਮੁਲਾਜ਼ਮ ਜੇ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਨਾ, ਜੇ ਛੋਟਾ ਅਫਸਰ ਹੁੰਦਾ ਗਾ, ਤਾਂ ਉਹਨੂੰ ਮਿੰਟ ਦੇ ਵਿੱਚ ਕਾਰਵਾਈ ਹੋ ਜਾਂਦੀ ਹੈ, ਜਾਂ ਤਾਂ ਲਾਈਨ ਹਾਜ਼ਰ ਕਰ ਦਿੰਦੇ ਆ ਜਾਂ ਸਸਪੈਂਡ ਕਰ ਦਿੰਦੇ ਆ, ਕੋਈ ਨਾ ਕੋਈ ਕਾਰਵਾਈ ਕਰ ਦਿੰਦੇ ਆ। ਕੀ ਲੱਗਦਾ ਗਾ ਕਿ ਅਫਸਰਸ਼ਾਹੀ ਵੀ ਕਿਤੇ ਨਾ ਕਿਤੇ ਆਪਦਾ ਕਹਿੰਦੇ ਹੁੰਦੇ ਜਿਵੇਂ ਭਾਈਬੰਦਗੀ ਹੁੰਦੀ ਆ, ਉਹ ਚੀਜ਼ ਰੱਖ ਰਹੀ ਆ ਵੀ ਇੱਕ ਇਹ ਸੀਨੀਅਰ ਲੈਵਲ ਦਾ ਅਫਸਰ ਆ, ਕਿਉਂਕਿ ਹਰ ਇੱਕ ਦੀਆਂ ਕਹਿੰਦੇ ਕਮਜ਼ੋਰੀਆਂ ਹੁੰਦੀਆਂ ਡਿਪਾਰਟਮੈਂਟਾਂ ਦੇ ਵਿੱਚ ਉਹ ਹੁੰਦੀਆਂ, ਕਿਤੇ ਉਹ ਕਾਰਨ ਤਾਂ ਨਹੀਂ ਬਣ ਰਿਹਾ ਇੱਥੇ ਜਿਹੜਾ ਅੱਜ ਉਹਨਾਂ ਦੇ ਉੱਤੇ ਇੰਨਾ ਦਿਨ ਹੋ ਗਏ ਬੀਤ ਗਏ, ਹਲੇ ਤੱਕ ਕੋਈ ਕਾਰਵਾਈ ਨਹੀਂ ਕੋਈ ਹੋ ਰਹੀ। ਤੁਸੀਂ ਦੇਖੋ ਕਿ ਮੈਂ ਤੁਹਾਨੂੰ ਇੱਕ ਹਿਸਟੋਰੀਕਲ ਐਗਜ਼ਾਮਪਲ ਦੇਣਾ, KPS ਗਿੱਲ ਬੁੱਚੜ ਦੀ ਦੇਣਾ। ਉਸ ਵੇਲੇ ਦੀ ਇੱਕ ਸੀਨੀਅਰ ਆਫੀਸਰ, IAS ਆਫੀਸਰ ਰੂਪਨ ਦਿਓਲ ਬਜਾਜ, ਇੱਕ ਪਬਲਿਕ ਪਾਰਟੀ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਆ ਮੋਲੈਸਟਿੰਗ ਆ ਫੀਮੇਲ, IPC ਦੀ 354 ਚ ਆਉਂਦਾ, ਠੀਕ ਹੈ, ਆਊਟਰੇਜਿੰਗ ਦਾ ਮੋਡੈਸਟੀ ਆਫ ਅ ਵੀਮਨ, ਬਹੁਤ ਸੀਰੀਅਸ ਦਫਾ ਆ, ਸੈਕਸ਼ੂਅਲ ਐਲੀਗੇਸ਼ਨ ਆ। ਬਿਲਕੁਲ ਉਹ ਪ੍ਰੋਪਰ ਪਾਰਟੀ ਚ ਉਹਦੇ ਬੈਕ ਦੇ ਉੱਤੇ ਪ੍ਰੋਪਰ ਹੱਥ ਮਾਰਦਾ। ਮਤਲਬ ਉਹੀ ਤੁਹਾਨੂੰ ਮੈਂ ਕਹਿ ਰਿਹਾ ਕਿ DGP ਰੈਂਕ ਦਾ ਹੋਈ, ਜਿਵੇਂ ਜਿਹੜੀਆਂ ਆਪਾਂ ਗੁੰਡੇ ਮਵਾਲੀਆਂ ਤਮਾਮ ਫਿਲਮਾਂ ਚ ਦੇਖਦੇ ਨੇ, ਜਿਹੜੇ ਲੁੱਚੇ ਕਿਰਦਾਰਾਂ ਦੇ ਵਿੱਚ ਬੰਦੇ ਹੁੰਦੇ ਨੇ, ਬਿਲਕੁਲ ਉਸ ਤਰੀਕੇ ਦੀ ਹਰਕਤ ਉਸ ਵੇਲੇ ਦਾ DGP ਕਰਦਾ, ਜਿਹਨੇ ਨੌਜਵਾਨ ਸਿੱਖ ਕੋ ਕੇ ਮਾਰੇ ਆ। ਤੇ ਉਹ ਆਫੀਸਰ ਜਿਹੜੀ ਹੈ ਜਦੋਂ ਐਕਸ਼ਨ ਲੈਣਾ ਚਾਹੁੰਦੀ ਹੈ ਤੇ ਬਹੁਤ ਲੰਬੀ ਜੰਗ ਹੈ ਉਹਦੀ। ਤੁਸੀਂ ਰੂਪਨ ਦਿਓਲ ਬਜਾਜ ਦਾ ਕੇਸ ਗੂਗਲ ਦੇ ਉੱਤੇ ਸਰਚ ਕਰ ਸਕਦੇ ਹੋ। ਤੇ ਉਹ ਹਿੰਮਤ ਨਹੀਂ ਹਾਰਦੀ ਆਫੀਸਰ, ਐਟ ਦੀ ਐਂਡ ਇਹ ਪ੍ਰੂਵ ਕਰਕੇ ਹਟਦੀ ਹੈ ਕਿ KPS ਗਿੱਲ ਵਾਜ਼ ਅ ਸੈਕਸ਼ੂਅਲ ਪ੍ਰੀਡੇਟਰ। ਜੇ ਤੁਸੀਂ ਕ੍ਰਿਮੀਨਲ ਲੈਂਗੁਏਜ ਦੀ ਗੱਲ ਕਰੋ, ਪ੍ਰੀਡੇਟਰ ਹੁੰਦਾ ਜਿਹੜਾ ਹਵਸੀ ਹੁੰਦਾ, ਠੀਕ ਹੈ, ਕਿਸੇ ਔਰਤ ਦੇ ਉੱਤੇ ਮਤਲਬ ਆਪਣੀ ਹਵਸ ਦੇ ਨਾਲ, ਮੰਦ ਨੀਤੀ ਦੇ ਨਾਲ, ਮੈਲਾਫਾਈਡ ਇੰਟੈਂਸ਼ਨਸ ਦੇ ਨਾਲ। ਹੁਣ ਉਸ ਵੇਲੇ ਦੀ ਸਾਡੇ ਕੋਲ ਐਗਜ਼ਾਮਪਲ ਹੈ, ਗਵਰਨਰ ਤੱਕ ਕੋਲ ਜਾਂਦੀ ਹੈ ਤੇ ਗਵਰਨਰ ਉਹਨੂੰ ਕਹਿੰਦਾ ਕਿ ਮੈਂ ਆਪਣੇ ਐਡੇ ਡੈਕੋਰੇਟਿਡ ਆਫੀਸਰ ਨੂੰ, ਇਹ ਸਾਰਾ ਕੁਝ ਸਾਨੂੰ ਮੀਡੀਆ ਦੇ ਜ਼ਰੀਏ ਪਤਾ ਲੱਗਿਆ, ਕੋਈ ਮੇਰੀ ਆਪਣੀ ਫੈਚਮੈਂਟ ਨਹੀਂ ਹੈ, ਮੈਂ ਉਹੀ ਚੀਜ਼ ਤੁਹਾਡੇ ਸਾਹਮਣੇ ਤੱਥ ਲੈ ਕੇ ਆ ਰਿਹਾ। ਤੁਸੀਂ ਇੰਟਰਨੈਟ ਤੇ ਸਰਚ ਕਰੋਗੇ, ਤੁਹਾਨੂੰ ਗੂਗਲ ਤੇ ਬਹੁਤ ਜ਼ਿਆਦਾ ਡੇਟਾ ਅਵੇਲੇਬਲ ਹੋ ਜਾਊਗਾ, ਇੰਟਰਵਿਊਜ਼ ਅਵੇਲੇਬਲ ਹੋ ਜਾਣਗੀਆਂ ਜੀ। ਗਵਰਨਰ ਕਹਿੰਦਾ ਕਿ ਮੈਂ ਆਪਣੇ ਐਡੇ ਡੈਕੋਰੇਟਿਡ ਆਫੀਸਰ ਨੂੰ ਇਸ ਤਰੀਕੇ ਨਾਲ ਵਿਲੀਫਾਈ ਨਹੀਂ ਕਰ ਸਕਦਾ, ਠੀਕ ਹੈ, ਵੀ ਉਹਦਾ ਮੋਰੇਲ ਜਿਹੜਾ ਪੁਲਿਸ ਦਾ ਰੁਕ ਜਾਏਗਾ। ਤੇ ਹੁਣ ਪੁਲਿਸਿੰਗ ਜਿਹੜੀ ਹੈ, ਜੇ ਆਪਾਂ ਗੱਲ ਕਰੀਏ, ਸਿਟੀਜ਼ਨ ਚਾਰਟਰ ਹੈਗਾ ਇੰਡੀਆ ਦੇ ਵਿੱਚ, ਗਵਰਨੈਂਸ ਦੀ ਗੱਲ ਕੀਤੀ ਜਾਂਦੀ ਹੈ, ਗੁੱਡ ਗਵਰਨੈਂਸ ਦੀ ਗੱਲ ਕੀਤੀ ਜਾਂਦੀ ਆ, ਐਡਮਿਨਿਸਟ੍ਰੇਟਿਵ ਰਿਫਾਰਮ ਕਮਿਸ਼ਨ ਦੀਆਂ ਰਿਪੋਰਟਸ ਆ ਰਹੀਆਂ ਨੇ, ਜਿਹੜੇ ਅਸੀਂ ਕਹਿੰਦੇ ਆ ਕਿ ਸੁਲਝੇ ਹੋਏ ਮੁਲਕ ਨੇ ਜੀ। ਜੇ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਕਿ ਹਾਂ ਵੀ ਹੁਣ ਇਹ ਵਰਲਡ ਦੀ ਲਾਰਜੈਸਟ ਡੈਮੋਕ੍ਰੇਸੀ ਆ, ਅੱਗੇ ਵੱਧ ਰਹੇ ਹਾਂ ਅਸੀਂ, ਬਿਲਕੁਲ, ਉੱਥੇ ਜਿੱਥੇ ਸਟੇਟਹੁੱਡ ਦੀ ਗੱਲ ਹੁੰਦੀ ਹੈ, ਲੋਕਾਂ ਨੂੰ ਉਹਨਾਂ ਦੀ ਰਿਲੀਜੀਅਸ ਰੈਕੋਗਨੀਸ਼ਨ ਦੀ, ਆਈਡੈਂਟਿਟੀ ਦੀ ਗੱਲ ਕਰਦੇ ਹਾਂ, ਉੱਥੇ ਇਸ ਤਰੀਕੇ ਦਾ ਬਿਹੇਵੀਅਰ ਜਿਹੜਾ ਦੂਜੀ ਸ਼੍ਰੇਣੀ ਦੇ ਨਾਗਰਿਕ ਵਾਲਾ ਜਿਹੜਾ ਤੁਹਾਨੂੰ ਅਹਿਸਾਸ ਕਰਵਾਇਆ ਜਾ ਰਿਹਾ ਜੀ,
ਇਹ ਚੀਜ਼ਾਂ ਹੁਣ ਇਹਦੇ ਉੱਤੇ ਹੁਣ ਤੱਕ ਐਕਸ਼ਨ ਹੋ ਜਾਣਾ ਚਾਹੀਦਾ ਸੀ। ਬਿਲਕੁਲ। ਇੱਕ ਨਾ ਇੱਕ ਹੋਰ ਕੁਛ ਨਹੀਂ, ਜੇ ਉਸ ਆਫੀਸ਼ੀਅਲ ਤੇ ਮਾੜਾ ਮੋਟਾ ਪ੍ਰੈਸ਼ਰ ਹੀ ਹੁੰਦਾ। ਤੁਸੀਂ ਦੇਖੋ ਜਿਹੜੇ ਬੰਦੇ ਤੋਂ ਗਲਤੀ ਹੁੰਦੀ ਆ ਉਹ ਮਾਫੀ ਮੰਗਦਾ, ਜਿਹੜਾ ਬੇਸ਼ਰਮ ਹੁੰਦਾ, ਬੇਹਯਾ ਹੁੰਦਾ, ਜੋ ਅੱਜ ਤੱਕ ਹੋਇਆ, ਉਹ ਆਪਣੀ ਗਲਤੀ ਨੂੰ ਕੀ ਕਰਦਾ, ਸਹੀ ਪ੍ਰੂਫ ਕਰਦਾ, ਜਿਹੜਾ ਅਕਸਰ ਇਸ ਸਿਸਟਮ ਦੇ ਵਿੱਚ ਹੁੰਦਾ ਆ ਜੀ। ਇੱਕ ਪਾਸੇ ਤਾਂ ਫਿਰ ਜਦੋਂ ਜਿਹੜੇ ਸਾਡਾ ਨੌਜਵਾਨ ਖੜਾ ਹੁੰਦਾ, ਜਦੋਂ ਸਾਡੇ ਨੌਜਵਾਨ ਤੋਂ ਤੁਸੀਂ ਦੇਖੋ ਇੱਥੇ ਐਜੂਕੇਸ਼ਨ ਖੋਲੀ ਗਈ, ਇੱਥੇ ਜਿਹੜੇ ਮੈਡਲ ਜਿੱਤ ਰਹੇ ਆ, ਤੁਸੀਂ ਇੰਟਰਵਿਊਜ਼ ਦੇਖ ਸਕਦੇ ਹੋ, ਬੱਚੀਆਂ ਝੋਨਾ ਲਾ ਰਹੀਆਂ ਇਸ ਵੇਲੇ, ਬਿਲਕੁਲ ਮੈਡਲ ਜਿੱਤਣ ਵਾਲੀਆਂ। ਇੱਕ ਦੋ ਨੂੰ ਤੁਸੀਂ ਨੌਕਰੀਆਂ ਦੇਤੀਆਂ, ਬਾਕੀ ਕਿੱਥੇ ਨੇ? ਚਾਹ ਦੇ ਕੱਪ ਧੋਂਦੇ ਪਏ ਇੱਥੇ ਪਾਵਰ ਲਿਫਟਰ। ਉਹ ਜਦੋਂ ਸਾਰੇ ਜਿਹੜੇ ਕੋਈ ਰੋਂਗ ਸਟੈਪ ਲੈਂਦੇ ਆ, ਕੋਈ ਗਲਤ ਸਟੈਪ ਲੈਂਦੇ ਆ, ਅਸੀਂ ਉਹਨਾਂ ਨੂੰ ਮਿੰਟਾਂ ਦੇ ਵਿੱਚ ਕਹਿ ਦਿੰਦੇ ਆ ਕਿ ਇਹ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਹੋ ਗਿਆ ਜੀ। ਮਿੰਟ ਦੇ ਵਿੱਚ ਅਸੀਂ ਗੈਂਗਸਟਰ ਇਹ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਨਹੀਂ। ਇੰਡੀਆ ਦਾ ਕਨਸਟੀਟਿਊਸ਼ਨ ਕਿੱਥੋਂ ਸਟਾਰਟ ਹੁੰਦਾ? ਵੀ ਦਾ ਪੀਪਲ ਆਫ ਇੰਡੀਆ having solemnly resolved India into a sovereign socialist secular ਡੈਮੋਕ੍ਰੈਟਿਕ ਰਿਪਬਲਿਕ। ਹੁਣ ਆਹ ਸਾਰੇ ਲਫ਼ਜ਼ ਤੁਸੀਂ ਤੋੜ ਕੇ ਦੇਖ ਲਓ, ਇਹਨਾਂ ਸਾਰੇ ਲਫ਼ਜ਼ਾਂ ਦੀ ਤਾਂ ਪੁਲਿਸ ਸ਼ਰੇਆਮ ਧੱਜੀਆਂ ਉਡਾ ਰਹੀ ਹੈ। ਬਿਲਕੁਲ। ਇਸ ਚੀਜ਼ ਦੇ ਵਿੱਚ ਅਸੀਂ ਅਪੀਲ ਕਰਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਤੇ ਸੂਓ ਮੋਟੋ ਐਕਸ਼ਨ ਹੋਣਾ ਚਾਹੀਦਾ। ਸਾਡੇ ਕੋਲ ਐਟ ਦੀ ਐਂਡ ਇੱਕ ਰਾਹ ਰਹਿੰਦਾ, ਜੁਡੀਸ਼ਰੀ ਰਹਿੰਦਾ। ਉਹ ਪ੍ਰੋਸੀਜਰ ਮਹਿੰਗਾ ਵੀ ਹੈ, ਟੀਡੀਐਸ ਵੀ ਹੈ, ਜੁਡੀਸ਼ਰੀ ਆਲਰੇਡੀ ਓਵਰਬਰਡਨਡ ਹੈ। ਸਿਰਫ ਔਰ ਸਿਰਫ 30-32 ਜੱਜਿਸ ਨੇ ਜੀ, ਜਿਹੜੇ ਪੂਰੇ ਦੇਸ਼ ਦਾ ਐਂਡ 'ਚ ਭਵਿੱਖ ਦਾ ਫੈਸਲਾ ਕਰਦੇ ਨੇ, ਤੇ ਕੇਸਿਸ ਕਿੰਨੇ ਜ਼ਿਆਦਾ ਨੇ। ਤੇ ਜੇ ਤੁਸੀਂ ਉਹ ਵੀ ਪੁਰਾਣੀਆਂ ਮੀਡੀਆ ਦੇ ਇੰਟਰਵਿਊਜ਼ ਦੇਖ ਲਓ, ਤੁਸੀਂ ਪੁਰਾਣੀ ਜੁਡੀਸ਼ਰੀ ਨੂੰ ਬੜੇ ਪ੍ਰੈਸ਼ਰ 'ਚ ਦੇਖਿਆ ਹੋਊਗਾ। ਬਿਲਕੁਲ। ਤਰੀਕ ਤੇ ਤਰੀਕ ਪੈਂਦੀ ਰਹਿੰਦੀ ਆ ਫਿਲਮਾਂ ਦੇ। ਤੁਸੀਂ ਆਮ ਕਹਿੰਦੇ ਹਨਾ ਕਾਲੇ ਕੋਟਾਂ ਵਾਲਿਆਂ ਤੋਂ ਜਿਵੇਂ ਕਹਾਵਤ ਬਣੀ ਹੋਈ ਸੀਗੀ, ਅਕਸਰ ਕਸੂਰ ਤਾਂ ਸੀਗਾ ਹੁਣ ਜਿਹੜਾ ਉਹ ਨਹੀਂ ਨਿਆਂ ਕਰਦੇ ਸੀ, ਪਰ ਜਿਵੇਂ ਵਕੀਲਾਂ ਨੂੰ ਟਾਰਗੇਟ ਕਰਕੇ ਕਹਿ ਦੇਣਾ ਵੀ ਕਾਲੇ ਕੋਟਾਂ ਤੇ ਚਿੱਟੇ ਕੋਟਾਂ ਤੇ ਰੱਬ ਬਚਾਵੇ, ਹਨਾ, ਕਿਉਂਕਿ ਇਹ ਤਾਂ ਤਰੀਕਾਂ ਹੀ ਪਈ ਜਾਂਦੀਆਂ, ਫਿਲਮਾਂ ਵੀ ਬਣੀਆਂ ਤਾਰੀਖ ਪੇ ਤਾਰੀਖ, ਤਾਰੀਖ ਪੇ ਤਾਰੀਖ। ਮਹਿੰਗਾ ਪ੍ਰੋਸੀਜਰ ਆ। ਹੁਣ ਪੁਲਿਸ ਹੈ ਜਿਹੜੀ, ਤੁਸੀਂ ਨਾਰਮਲੀ ਦੇਖੋ ਕਿ 156(3) ਦੇ ਤਹਿਤ ਤੁਸੀਂ ਜਾਂਦੇ ਹੋ ਕੋਰਟ ਦੇ ਵਿੱਚ FIR ਦਰਜ ਕਰਾਉਣ, ਉਹ ਤੋਂ ਪਹਿਲਾਂ 154 ਦੇ ਤਹਿਤ ਸੋ ਮੋਟੋ FIR ਦਰਜ ਹੋਣੀ ਚਾਹੀਦੀ ਹੈ ਇਹਨਾਂ ਚੀਜ਼ਾਂ ਦੇ ਉੱਤੇ। 142 CRPC ਦੇ ਅੰਡਰ SSP ਦੀ ਪਾਵਰ ਹੈਗੀ ਆ, ਪਰ ਕੀ ਹੁਣ ਜਿਹੜਾ SP ਹੈ ਹੋਰ ਰਿਸੋਰਸਿਸ ਤੋਂ ਕਿਤੇ ਇਹਦੇ ਕੋਈ ਸਿਸਟਮ 'ਚ ਇਹੋ ਜਿਹੀ ਲਿੰਕੇਜ ਤਾਂ ਨਹੀਂ, ਇਹਦੀ ਫੈਮਿਲੀ ਦੀ ਜਾਂਚ ਕਰਾਈ ਜਾਵੇ ਕਿ ਕਿਸ ਮੰਦ ਨੀਤੀ ਨਾਲ, ਕੋਈ ਇਹਦਾ ਪਰਸਨਲ ਮੋਟਿਵ ਤਾਂ ਨਹੀਂ, ਜਿਹੜਾ ਇਹਨੂੰ ਇਹ ਵੀ ਭੁੱਲ ਗਿਆ ਕਿ ਨਿਸ਼ਾਨ ਸਾਹਿਬ ਕੀ ਹੁੰਦਾ, ਜਿਹੜਾ ਇਹਨੂੰ ਵੀ ਭੁੱਲ ਗਿਆ ਦੁਮਾਲੇ ਕੀ ਹੁੰਦੇ ਆ। ਕਿਉਂਕਿ ਸਰਹੰਦ ਹੈ, ਠੀਕ ਹੈ, ਸ਼ਹੀਦੀ ਜੋੜ ਮੇਲਾ ਲੱਗਦਾ, ਉੱਥੇ ਜਿਹੜੇ ਲੋਕ ਨੇ ਰਹਿਣ ਵਾਲੇ ਭੁੰਜੇ ਸੌਂਦੇ ਆ। ਬਿਲਕੁਲ ਠੀਕ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਅੱਗੇ ਸਿਰ ਝੁਕਦਾ। ਯੂਪੀ ਦੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਹੈ, ਉਹ ਸਿਰ ਝੁਕਾਰੀ ਹੈ। ਦੇਸ਼ ਉਹਦੇ ਨਾਂ ਤੇ, ਚਲੋ ਉਹਨਾਂ ਨੂੰ ਸਾਡੀ ਟਰਮੀਨੋਲੋਜੀ ਨਹੀਂ ਸਮਝ ਆਈ, ਉਹਨਾਂ ਨੇ ਵੀਰ ਬਾਲ ਦਿਵਸ ਰੱਖਿਆ। ਕਿਹਨੂੰ ਰਿਪਰੈਜ਼ੈਂਟ ਕਰਦਾ? ਬਾਬਾ ਫਤਿਹ ਸਿੰਘ ਜੀ ਨੂੰ। ਇਹ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਕੁਐਸਚਨ ਹੈ ਕਿ ਜੇ ਤੁਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਇੰਨਾ ਇਨਫਲੂਐਂਸਡ ਹੋ, ਤੇ ਬਾਬਾ ਫਤਿਹ ਸਿੰਘ ਜੀ ਰਿਪਰੈਜ਼ੈਂਟ ਕਰਦੇ ਆ ਦਮਾਲੇ ਨੂੰ। ਆ ਜਿਹੜਾ ਮੈਂ ਸਿਰ ਤੇ ਸਜਾਇਆ, ਇਹ ਅਕਸਿਆ ਬਾਬਾ ਫਤਿਹ ਸਿੰਘ ਜੀ ਦਾ ਜੀ, 2 ਮਾਲਾ। ਕਿਉਂਕਿ ਉਹ ਜਦੋਂ ਛੋਟੇ ਸੀਗੇ ਤੇ ਉਸ ਵੇਲੇ ਹਾਈਟ ਹੁੰਦੀ ਸੀ ਮਿਕਦਾਰ, ਵੀ ਤੁਸੀਂ ਸ਼ਸਤਰ ਵਿਦਿਆ, ਉਹਨਾਂ ਨੇ ਇੱਕ ਤੇ ਦੂਜਾ ਦਸਤਾਰਾ ਜਿਹੜਾ ਸਜਾ ਲਿਆ। ਤੇ ਉਸ ਵੇਲੇ ਵੀ ਆਪਾਂ ਕਹਿੰਦੇ ਆ ਵੀ ਸਿਰ ਨਹੀਂ ਝੁਕਿਆ। ਬਿਲਕੁਲ। ਤੇ ਉਹਨਾਂ ਨੇ ਗੇਟ ਛੋਟਾ ਰੱਖਤਾ ਸੀਗਾ। ਅਸੀਂ ਬਹੁਤ ਕੁਝ ਦੇਖ ਸਕਦੇ ਹਾਂ। ਹੁਣ ਦੀ ਡੇਟ ਦੇ ਵਿੱਚ ਵੀ ਮਸਤਾਨੇ ਵਰਗੀ ਫਿਲਮ ਆਈ ਹੈ, ਜਿਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਉਸ ਵੇਲੇ ਕੀ ਹਾਲਾਤ ਸੀਗਾ। ਜੇ ਉਹਦੇ ਨਾਲ ਅਸੀਂ ਆਹ ਪੁਲਿਸ ਵਾਲਾ ਮੁਲਾਜ਼ਮ ਕੰਪੇਅਰ ਕਰੀਏ, ਤੇ ਇਹ ਤਾਂ ਫਿਰ ਲੱਗਦਾ ਵੀ ਉਹ ਮੁਗਲਾਂ ਦੀ ਹੋਈ ਕੋਈ ਸੱਟ ਹੈਗੀ ਆ ਉਸ ਵੇਲੇ ਦੀ, ਜਿਹੜੀ ਇੱਥੇ ਇਸ ਵੇਲੇ ਇਸ ਤਰੀਕੇ ਦੇ ਨਾਲ ਮੌਜੂਦ ਆ। ਜੇ ਅਸੀਂ ਗੱਲ ਕਰੀਏ ਜੀ, ਅਸੀਂ ਉਹ ਲੇਟੈਸਟਲੀ ਕੰਟਰਾਸਟ ਦੇਖੋ ਤੁਸੀਂ ਮਸਤਾਨੇ ਫਿਲਮ ਦਾ, ਤੇ ਤੁਸੀਂ ਉਹਨੂੰ ਇਹਦੇ ਨਾਲ ਕੰਪੇਅਰ ਕਰਕੇ ਦੇਖੋ ਕਿ ਤੁਹਾਨੂੰ ਲੱਗਦਾ ਕਿ ਇਹ ਪੁਲਿਸ ਵਾਲਾ ਇਸ ਜ਼ਮਾਨੇ ਦਾ ਹੈਗਾ? ਕਿ ਐਡੇ ਤੁਸੀਂ ਸੱਭਿਅਕ ਦੇਸ਼ ਦੇ ਵਿੱਚ, ਜਿੱਥੇ ਪੜ੍ਹੇ ਲਿਖੇ ਨਾਗਰਿਕ ਨੇ, ਜਿੱਥੇ ਹਰ ਕੋਈ ਕਿਸੇ ਨੂੰ ਕਿਸੇ ਦਾ ਦਰਦ ਦੇਖ ਕੇ ਦਰਦ ਹੁੰਦਾ, ਕਿਸੇ ਦੀ ਖੁਸ਼ੀ ਦੇਖ ਕੇ ਖੁਸ਼ੀ ਹੁੰਦੀ ਆ, ਸਾਰੇ ਅਸੀਂ ਹੱਡ ਮਾਸ ਦੇ ਢਾਂਚੇ ਆ, ਉੱਥੇ ਜੇ ਤੁਸੀਂ ਇਸ ਤਰੀਕੇ ਦਾ, ਇੱਕ ਇਹਨੂੰ ਕੈਨੀਬਲ ਆਫਿਸਰਿਜ਼ਮ ਕਹਿੰਦੇ ਆ। ਕੈਨੀਬਲ ਹੁੰਦਾ ਜਿਹੜਾ ਇੱਕ ਬੰਦਾ ਦੂਜੇ ਬੰਦੇ ਦਾ ਮਾਸ ਖਾ ਜਾਂਦਾ, ਕੈਨੀਬਲ ਉਹਨੂੰ ਕਹਿੰਦੇ ਆ। ਤੇ ਪੁਲਿਸ ਵਾਲਿਆਂ ਦੇ ਜਿਹੜੇ ਤੁਸੀਂ ਟਾਰਚਰਸ ਨੇ 80s ਦੀ 90s ਦੇ ਤੁਸੀਂ ਦੇਖ ਸਕਦੇ ਹੋ। ਤੇ ਉਸੇ ਤਰੀਕੇ ਦੀ ਇਹ ਪੁਲਿਸਿੰਗ ਜੇ ਦੁਬਾਰਾ ਹੋ ਰਹੀ ਹੈ, ਇਹ ਤਾਂ ਬਹੁਤ ਜ਼ਿਆਦਾ, ਮਤਲਬ ਮੈਨੂੰ ਸਮਝ ਨਹੀਂ ਆ ਰਿਹਾ ਕਿ ਨਸਲਕੁਸ਼ੀ ਦੀ ਭਾਵਨਾ ਇੰਡੀਆ ਦਾ ਇੱਕ ਅੰਗ ਹੈ, ਕਹਿੰਦੇ ਸਿੱਖ ਰਿਲੀਜਨ। ਇਹ ਦੇਸ਼, ਇਹਨਾਂ ਤੇ ਦੇਸ਼ ਧਰੋਹ ਪੈਣਾ ਚਾਹੀਦਾ। ਕਿਉਂਕਿ ਜੇ ਤੁਸੀਂ ਇੱਕ ਕੌਮ ਨੂੰ ਆਹ ਦਿਖਾ ਰਹੇ ਹੋ ਕਿ ਤੁਹਾਨੂੰ ਜਾਨੋਂ ਖਤਮ ਕਰ ਦੇਣਾ, ਤੇ ਉਸ ਕੌਮ ਦੇ ਵਿੱਚ ਜੇ ਤੁਸੀਂ ਫੀਅਰ ਸਾਈਕੋਸਿਸ ਇੰਡਿਊਸ ਕਰ ਰਹੇ ਹੋ, ਉਹਦੇ ਬਦਲੇ ਜਿਹੜੀ ਉਸ ਕੌਮ ਦੀ ਅੱਗੋਂ
ਐਕਸਪੀਰੀਐਂਸਿਸ ਨੇ, ਉਹਨਾਂ ਤੋਂ ਜਿਹੜਾ ਐਗਰੈਸ਼ਨ ਨਿਕਲ ਕੇ ਆਊਗਾ, ਜਿਹੜੀ ਰਿਜ਼ੈਂਟਮੈਂਟ ਨਿਕਲ ਕੇ ਆਊਗੀ। ਵੱਖਵਾਦ ਵਾਲ ਤਾਂ ਇਹੋ ਜਿਹੇ ਪੁਲਿਸ ਅਫੀਸ਼ੀਅਲਸ ਤੋਰ ਰਹੇ ਨੇ, ਵੱਖਵਾਦ ਵਾਲੀ ਚੀਜ਼ ਨੂੰ ਤਾਂ ਇਹ ਬਾਟੇ 'ਚ ਪਾ ਕੇ ਦੇ ਰਹੇ ਆ ਵੀ ਤੁਹਾਡੀਆਂ ਦਸਤਾਰਾਂ ਦੇ ਮੁੱਕੇ ਮਾਰਾਂਗੇ, ਤੁਹਾਡੇ ਨਿਸ਼ਾਨ ਸਾਹਿਬਾਂ ਨੂੰ ਪੱਟਾਂਗੇ, ਤੇ ਰਾਹ ਕੀ ਬਚ ਗਿਆ ਹੋਰ। ਮਤਲਬ ਕਿ ਇਹਦੇ ਤੋਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਵੀ ਫਿਰ ਇਸੇ ਕਾਰਨਾਂ ਕਰਕੇ ਨੌਜਵਾਨ ਜਿਹੜੇ ਹਥਿਆਰਾਂ ਦੇ ਰਸਤੇ ਚੁਣਦੇ ਆ, ਫਿਰ ਉਹਨਾਂ ਨੂੰ ਇਹ ਸਰਕਾਰਾਂ ਮੁੜ ਕੇ ਨਾਂ ਦੇ ਦਿੰਦੇ, ਇਹੀ ਪੁਲਿਸ ਪ੍ਰਸ਼ਾਸਨ ਜੀ ਇਹ ਤਾਂ ਗੈਂਗਸਟਰ ਆ, ਇਹ ਤਾਂ ਅੱਤਵਾਦੀ ਹੈ ਜੀ, ਇਹ ਤਾਂ ਖਾੜਕੂ ਆ, ਇਸ ਤਰੀਕੇ ਦੇ ਮੁੜ ਕੇ ਨਾਂ ਦੇ ਦਿੱਤੇ ਜਾਂਦੇ ਆ। ਤੁਸੀਂ ਇਹ ਕਹਿਣਾ ਚਾਹੁੰਦੇ ਵੀ ਮਤਲਬ ਇਹੋ ਜਿਹੇ ਪੁਲਿਸ ਮੁਲਾਜ਼ਮ ਹੀ ਦਾ ਕਰਕੇ ਹੀ ਜਿਹੜਾ ਉਸ ਸਮੇਂ ਵੀ ਜਿਹੜਾ ਨੌਜਵਾਨਾਂ ਨੇ ਉਹ ਰਾਹ ਅਪਣਾਇਆ ਸੀ? ਦੇਖੋ, ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਕ੍ਰਾਈਮ ਨੂੰ ਬਹੁਤ ਨੇੜਿਓਂ ਪੜ੍ਹਿਆ। ਅੱਜ ਕੱਲ੍ਹ ਜਿਹੜੀ ਸਜ਼ਾ ਆ ਨਾ, ਤੁਸੀਂ ਨਾਰਵੇ, ਜਿਹੜੀਆਂ ਸਕੈਂਡੀਨੇਵੀਅਨ ਕੰਟਰੀਜ਼ ਨੇ ਜਿਨ੍ਹਾਂ 'ਚ ਹਿਊਮਨ ਡਿਵੈਲਪਮੈਂਟ ਇੰਡੈਕਸ, ਮਨੁੱਖੀ ਕਦਰਾਂ ਕੀਮਤਾਂ ਬਹੁਤ ਉੱਤੇ ਨੇ ਜੀ, ਉੱਥੇ ਦੀਆਂ ਤੁਸੀਂ ਜੇਲ੍ਹਾਂ ਵੀ ਦੇਖੋਗੇ ਨਾ, ਤੁਹਾਨੂੰ ਇਹ ਨਹੀਂ ਲੱਗੂਗਾ ਤੁਸੀਂ ਜੇਲ੍ਹ 'ਚ ਬੈਠੇ ਹੋ। अक्सर एक कहावत है कि हुकूमत वो करते हैं जिनका दिलों पर राज होता है। ऐदां तुसी लोकां च अपने प्रति नफरत पैदा करके भी जे लोकां ने 92 MLA दिते आ, क्योंकि एट दी एंड सवाल दा प्रशासन ते आउंदा फिर कि उंज तुसी छोटियां छोटियां चीज़ां ते हुण जे अज असीं गल करिए नौजवान दे पंजाब दे दी 6 फुट्टा नौजवान सी साडा सिद्धू, ठीक है, तुसी उहदी सिक्योरिटी विड्रॉ कीती, तुसी उहदी बीन वजाती, ते हुण तुहाडे जदों अपने पुलिस ऑफिशियल्स आ कुछ कर रहे, जदों इत्थे क्रिमिनल आउंदा ਜਿਹਨੇ ਸਾਡਾ ਨੌਜਵਾਨ ਸ਼ਰੇਆਮ ਮਾਰਿਆ, ਉਹਨੂੰ ਤਾਂ ਤੁਸੀਂ ਇਹ ਟ੍ਰੀਟਮੈਂਟ ਦਿੰਦੇ ਹੋ ਲਾਈਕ ਹੀ ਇਜ਼ ਯੋਰ ਸਨ ਇਨ ਲਾ। ਤੁਸੀਂ ਹਾਈ ਕੋਰਟ ਦੇ ਵਿੱਚ ਉਹਦਾ ਕੰਡਕਟ ਦੇਖ ਸਕਦੇ ਹੋ ਪੁਲਿਸ ਅਫੀਸ਼ੀਅਲਸ ਦਾ, ਤੇ ਉਹਦੇ ਜਿਹੜੇ ਫਾਦਰ ਨੇ, ਉਹਦੇ ਜਿਹੜੇ ਪੇਰੈਂਟਸ ਨੇ, ਉਹ ਇਨਸਾਫ ਮੰਗਦੇ ਕਿਤੇ ਖੱਜਲ ਖੁਆਰ ਹੋ ਰਹੇ ਨੇ। ਉੱਥੇ ਤੁਹਾਡੇ ਕੰਨ ਤੇ ਜੂੰ ਨਹੀਂ ਰੇਂਗਦੀ, ਤੇ ਇੱਥੇ ਜਦੋਂ ਤੁਹਾਡੇ ਪੁਲਿਸ ਅਫੀਸ਼ੀਅਲਸ ਆ ਕੁਛ ਕਰ ਰਹੇ ਆ, ਤੇ ਅਸੀਂ ਤਾਂ ਫਿਰ ਦੇਖੋ ਸਾਡੇ ਕੋਲ ਜਿਹੜਾ ਕਾਨੂੰਨੀ ਰਾਹ ਆ, ਅੱਗੇ ਕਿਹੜਾ ਅਸੀਂ ਇਨਸਾਫ ਨਹੀਂ ਲਿਆ। ਤੁਸੀਂ ਇਸ ਤੋਂ ਪਹਿਲਾਂ ਵੀ ਇੱਕ ਸਿਰਫਿਰਾ ਨੌਜਵਾਨ ਉੱਠਿਆ ਸੀ, ਇੱਥੇ ਪੁਲਿਸ ਅਫੀਸ਼ੀਅਲ ਹੈ, ਉਹਨੇ ਵੀ ਅੱਧੇ ਨਸਲਕੁਸ਼ੀ ਦੀਆਂ ਧਮਕੀਆਂ ਦਿੱਤੀਆਂ ਸੀ, ਸਾਨੂੰ 6 ਮਹੀਨੇ ਲੱਗੇ, ਪਰ ਉਹਦੇ ਉੱਤੇ FIR ਹੋਈ। ਉਹ ਤੋਂ ਬਾਅਦ ਉਹਨੇ ਬੇਲ ਐਪਲੀਕੇਸ਼ਨ ਲਈ, ਉਹਦੀ ਬੇਲ ਐਪਲੀਕੇਸ਼ਨ ਰਿਜੈਕਟ ਹੋਈ, ਸੈਕਿੰਡ ਬੇਲ ਐਪਲੀਕੇਸ਼ਨ ਉਹਦੀ ਫੇਰ ਰਿਜੈਕਟ ਹੋਈ। ਕਾਨੂੰਨ ਦਾ ਰਾਹ ਸਾਨੂੰ ਆਉਂਦਾ ਕਰਨਾ, ਪਰ ਉਹਦੇ ਵਿੱਚ ਸਾਡਾ ਪੈਸਾ, ਸਾਡਾ ਖੱਜਲ, ਉਹ ਸਾਡੀ ਜਿਹੜੀ એનર્ਜੀ ਆ ਅਸੀਂ ਦੇਸ਼ ਵਾਲੇ ਪਾਸੇ ਲਾਣਾ ਚਾਹੁੰਦੇ ਆ, ਜਿਹੜੀ ਸਾਨੂੰ ਸਾਡੇ ਹੱਕ ਲੈਣ ਦੇ ਲਈ ਲੱਗ ਰਹੀ ਆ। ਸਾਡੀ ਤਾਂ 47 ਹਲੇ ਵੀ ਨਹੀਂ ਟੱਪੀ, ਉਦੋਂ ਵੀ ਅਸੀਂ ਹੱਕਾਂ ਲਈ ਲੜਦੇ ਸੀ, ਅੱਜ ਵੀ ਅਸੀਂ ਲੜ ਰਹੇ ਹਾਂ। ਕਦੋਂ ਅਸੀਂ ਇਸ ਦੇਸ਼ ਦੇ ਪ੍ਰੋਗਰੈਸਿਵਿਜ਼ਮ ਵੱਲ ਕੰਟਰੀਬਿਊਟ ਕਰਾਂਗੇ, ਇਕਨੋਮੀ ਵੱਲ ਕੰਟਰੀਬਿਊਟ ਕਰਾਂਗੇ? ਕਿਉਂਕਿ ਤੁਸੀਂ ਜੇ ਨਾਰਮਲ ਸਾਈਕੋਲੋਜੀ ਦੀ ਵੀ ਗੱਲ ਕਰੋ ਇਬਰਾਹਿਮ, ਫਿਜ਼ੀਕਲ ਨੀਡਸ ਨਹੀਂ ਪੂਰੀਆਂ ਹੋ ਰਹੀਆਂ ਇੱਥੇ, ਸੈਲਫ ਐਕਚੁਅਲਾਈਜੇਸ਼ਨ ਦੇ ਕੰਟਰੀ ਦੇ ਅਸੀਂ ਕਦੋਂ ਪਹੁੰਚਾਂਗੇ ਜੀ? ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਿਸਟਮ ਜ਼ਿੰਮੇਵਾਰ ਹੈ। ਅੱਛਾ ਫਰਾਂਸ ਸਾਹਿਬ, ਮੁੱਖ ਮੰਤਰੀ ਸਾਹਿਬ ਦਾ ਵੀ ਹਜੇ ਤੱਕ ਕੋਈ ਬਿਆਨ ਨਹੀਂ ਆਇਆ ਹੈਗਾ। ਵੈਸੇ ਬਹੁਤ ਅਕਸਰ ਉਹ ਕਹਿੰਦੇ ਆ ਵੀ ਮੈਂ ਜਿੰਨੀ ਰਿਸਪੈਕਟ ਸਿੱਖ ਧਰਮ ਦੀ ਕਰਦਾ, ਜਾਂ ਬੰਦੀ ਸਿੰਘਾਂ ਦੀ ਗੱਲ ਕਰੀਏ, ਜਦੋਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਹੁਤ ਬਿਆਨ ਆਉਂਦੇ ਹੁੰਦੇ ਸੀਗੇ ਸਾਡੀ ਸਰਕਾਰ ਆਉਣ ਦਿਓ, ਅਸੀਂ ਆਵਾਜ਼ ਚੁੱਕਾਂਗੇ। ਸੰਸਦ 'ਚ ਵੀ ਬੋਲਦੇ ਹੁੰਦੇ ਸੀਗੇ ਕਿ ਅਸੀਂ ਕੱਲਾ MP ਆ ਜਿਹੜਾ ਆਵਾਜ਼ ਚੁੱਕਦਾ ਬੰਦੀ ਸਿੰਘਾਂ ਦੀ ਸੰਸਦ ਦੇ ਵਿੱਚ। ਸੁਖਬੀਰ ਬਾਦਲ, ਹਰਸਿਮਰਤ ਜੀ ਤਾਂ ਉਹ ਤਾਂ ਬੋਲਦੇ ਹੀ ਨਹੀਂ, ਉਹ ਤਾਂ ਜਾਂਦੇ ਹੀ ਨਹੀਂ, ਇਸ ਤਰ੍ਹਾਂ ਦੇ ਤੰਜ ਕਰਦੇ ਸੀ। ਪਰ ਅੱਜ ਉਹਨਾਂ ਦੀ ਚੁੱਪ ਜੋ ਸਾਹਮਣੇ ਆ ਰਹੀ ਆ, ਉਹਨੂੰ ਕਿਵੇਂ ਦੇਖਦੇ ਹੋ? ਉਹ ਤਾਂ ਜਿਹੜੀ ਕੁਰਸੀ ਆ ਨਾ CM ਦੀ, ਉਹਨੂੰ ਇੰਝ ਲੱਗਦਾ, ਸਾਨੂੰ ਮਹਿਸੂਸ ਹੁੰਦਾ ਜਿੱਦਾਂ ਕੋਈ ਭੂਤ ਪ੍ਰੇਤ ਆ ਚੰਬੜਿਆ। ਜਿਹੜਾ ਉਹ ਕੁਰਸੀ 'ਤੇ ਜਿੰਨਾ ਚਿਰ ਕੋਈ ਬਹਿੰਦਾ ਨਹੀਂ, ਉਹ ਲੋਕਾਂ ਲਈ, ਲੋਕਾਂ ਵਾਸਤੇ ਕੰਮ ਕਰਦਾ ਹੈ, ਲੋਕਾਂ ਦੀ ਆਵਾਜ਼ ਉਠਾਉਂਦਾ। ਜਦੋਂ ਇਹ CM ਨਹੀਂ ਸੀ ਸਰਦਾਰ ਭਗਵੰਤ ਸਿੰਘ ਮਾਨ, ਇਹ ਸਾਰਿਆਂ ਮੋਰਚਿਆਂ 'ਚ ਧਰਨਿਆਂ 'ਚ ਜਾ ਕੇ ਬਹਿੰਦਾ ਰਿਹਾ, ਚਾਹ ਪਾਣੀ ਪੀਂਦਾ ਰਿਹਾ, ਕਹਿੰਦਾ ਸੀ ਧਰਨੇ ਕਿਉਂ ਲੱਗਣ, ਇਹ ਬੰਦੇ ਜੇ ਸਰਕਾਰ ਸਹੀ ਹੋਵੇ, ਇਹਨਾਂ ਨੂੰ ਇੰਨੀ ਸਿਕਿਉਰਿਟੀ ਦੀ ਲੋੜ ਹੈ। ਉਹ ਜਦੋਂ ਦਾ CM ਬਣਿਆ, ਉਹਨੂੰ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਦੇ ਰਿਹਾ, 8 ਮਹੀਨੇ ਤੋਂ ਹੋਇਆ, ਉਹਨੂੰ ਦਿਸ ਨਹੀਂ ਰਿਹਾ ਕਿੱਦਾਂ ਬੀਬੀਆਂ, ਬੱਚੇ, ਬਜ਼ੁਰਗ ਠੰਡਾ ਤੇ ਤਪਦੀ ਧੁੱਪ 'ਚ, ਮੀਂਹਾਂ ਹਨੇਰੀਆਂ 'ਚ ਬੈਠੇ ਨੇ, ਮੋਰਚਾ ਲਾਈ ਬੈਠੇ ਨੇ। ਉਹਨੂੰ ਦਿਸ ਨਹੀਂ ਰਿਹਾ ਵੀ 32 33 ਸਾਲ ਤੋਂ ਉਹ ਮਾਵਾਂ ਕਈਆਂ ਦੀਆਂ ਅੱਖਾਂ ਹੀ ਚਲੇ ਗਈਆਂ, ਆਪਣੇ ਪੁੱਤਰਾਂ ਨੂੰ ਉਡੀਕਦੀਆਂ, ਕਈ ਧੀਆਂ ਭੈਣਾਂ ਘਰ ਵਾਲੀਆਂ 30 ਸਾਲ ਤੋਂ ਉਡੀਕ ਰਹੀਆਂ, ਕੋਈ ਆਪਣੇ ਪਿਓ ਨੂੰ ਉਡੀਕ ਰਹੀ, ਕੋਈ ਘਰ ਵਾਲੇ ਨੂੰ, ਕੋਈ ਆਪਣੀ ਭੈਣ ਭਰਾ ਨੂੰ ਉਡੀਕ ਰਹੀ, ਕੋਈ ਮਾਂ, ਕਈ ਤਾਂ ਚਲੇ ਗਈਆਂ ਇਸ ਸੰਸਾਰ ਤੋਂ ਉਡੀਕ ਰਹੀਆਂ, ਇਹਨੂੰ ਦਿਸ ਨਹੀਂ ਰਹੀਆਂ। ਉਹ ਸਾਨੂੰ ਨਹੀਂ ਸਮਝ ਲੱਗਦੀ ਵੀ ਇਹ ਮਨੁੱਖ ਉਹੀ ਹੁੰਦਾ ਤੇ ਉਹੋ ਹੀ ਮਨੁੱਖ ਜੋ ਕੁਰਸੀ 'ਤੇ ਬਹਿੰਦਾ ਕੀ ਕਰਦਾ। ਪਰ ਮੈਂ ਕਹਿਣਾ ਚਾਹੁੰਦਾ, ਇਹ ਜਿਹੜੀ ਲੋਕ ਸ਼ਕਤੀ ਆ, ਇਹਦੇ ਮੂਹਰੇ ਇਹਨੂੰ ਖੜਨਾ ਔਖਾ ਹੋ ਜਾਣਾ। ਜੇ ਉਹ ਇਹਨੂੰ 92 ਸੀਟਾਂ ਦਾ ਕੇ CM ਦੀ ਕੋਠੀ 'ਤੇ ਕੁਰਸੀ 'ਤੇ ਲੋਕ ਬਿਠਾ ਸਕਦੇ ਨੇ, ਉਹ ਲਾਉਣਾ ਵੀ ਜਾਣਦੇ ਨੇ ਜੀ। ਤਾਂ ਹੁਣ ਅਖੀਰਲਾ ਵਕੀਲ ਸਾਹਿਬ, ਕੋਈ ਐਕਸ਼ਨ ਲੈ ਰਹੇ ਹੋ ਤੁਸੀਂ ਲੀਗਲੀ ਆਪਣੇ ਤੌਰ ਦੇ ਉੱਤੇ ਜਾਂ ਮੋਰਚੇ? ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਵੀਡੀਓ ਜਨਤਾ ਕੀਤੀ ਆ, ਜਿਹਦੇ ਵਿੱਚ ਅਸੀਂ ਅਪੀਲ ਕਰ ਰਹੇ ਹਾਂ ਜੀ ਸਾਰੇ ਹਾਈ ਪੁਲਿਸ ਅਫੀਸ਼ੀਅਲਸ ਨੂੰ, DGP ਸਾਹਿਬ ਨੂੰ ਜੀ,
ਉਸ ਤੋਂ ਇਲਾਵਾ ਪੰਜਾਬ ਦੇ ਪ੍ਰਸ਼ਾਸਨ ਨੂੰ, ਕਿਉਂਕਿ ਇਹ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੁੰਦੀ ਹੈ ਵੀ ਕਿਸੇ ਨਾਲ ਵਧੀਕੀ ਨਾ ਹੋਵੇ। ਇਹ ਸਾਰੇ ਨਾਗਰਿਕ ਨੇ ਜੀ ਜਿਨ੍ਹਾਂ ਦੀਆਂ ਵੋਟਾਂ ਤੁਸੀਂ ਲੈ ਕੇ ਯੂਨੀਵਰਸਲ ਐਡਲਟ ਫਰੈਂਚਾਈਜ਼ UAF ਜਿਹੜਾ ਬੇਸਿਕ ਸਟਰਕਚਰ ਹੈ ਇੰਡੀਆ ਦੇ ਕਨਸਟੀਟਿਊਸ਼ਨ ਦਾ, ਵੋਟਿੰਗ ਸਿਸਟਮ ਅਸੀਂ ਜਿਹਨੂੰ ਕਹਿ ਦਿੰਦੇ ਹਾਂ ਸੌਖੀ ਭਾਸ਼ਾ 'ਚ ਜਨਤਾ ਲਈ। ਉਹ ਤੋਂ ਬਾਅਦ ਫਿਰ ਸਾਡੀ ਅਪੀਲ ਜੁਡੀਸ਼ਰੀ ਨੂੰ ਵੀ ਹੈ। ਜੁਡੀਸ਼ਰੀ ਕੋਲ ਵੀ ਪਾਵਰ ਹੈ ਕਿ ਉਹ ਸਾਡੀ ਵੀਡੀਓ ਅਸੀਂ ਮੀਡੀਆ ਜ਼ਰੀਏ ਬੇਨਤੀ ਕਰਦੇ ਹਾਂ ਕਿ ਇਹਨੂੰ ਵੱਧ ਤੋਂ ਵੱਧ ਜਨਤਕ ਕੀਤਾ ਜਾਵੇ। ਜੁਡੀਸ਼ਰੀ ਸੂਓ ਮੋਟੋ ਵੀ ਐਕਸ਼ਨ ਲੈ ਸਕਦੀ ਹੈ, ਜਿਵੇਂ ਕਿ ਤੁਸੀਂ ਹੁਣੀ ਦੇ ਨੂੰਹ ਦੇ ਦੰਗਿਆਂ ਦੇ ਵਿੱਚ ਦੇਖ ਸਕਦੇ ਹੋ। ਬਿਲਕੁਲ ਹਾਈ ਕੋਰਟ ਦੀ ਜੁਡੀਸ਼ਰੀ ਨੇ ਐਕਸ਼ਨ ਲਿਆ ਕਿ ਇਸ ਤਰੀਕੇ ਦੇ ਨਾਲ ਜੇ ਇੱਕ ਪੁਲਿਸ ਆਫੀਸ਼ੀਅਲ ਇਹ ਕੁਛ ਕਰ ਰਿਹਾ ਤੇ ਇਹ ਤਾਂ ਪ੍ਰਸ਼ਾਸਨ ਦੀ ਜਿਹੜੀ ਅਨਾਰਕੀ ਹੈ ਕਿ ਇਹਨਾਂ ਚੀਜ਼ਾਂ ਦੇ ਨਾਲ ਜਿਹੜੇ ਸ਼ਾਂਤ ਵੀ ਬੈਠੇ ਨੇ, ਹੁਣ ਸੋਸ਼ਲ ਮੀਡੀਆ ਤੇ ਜਿਹੜਾ ਬੰਦਾ ਦੇਖੂਗਾ ਕਿ ਦਮਾਲੇ ਦੇ ਉੱਤੇ ਇਸ ਤਰੀਕੇ ਨਾਲ ਅਟੈਕ ਕੀਤਾ ਜਾ ਰਿਹਾ, ਪੁਲਿਸ ਵੱਲੋਂ ਐਡੀ ਅਸੱਭਿਅਕ ਭਾਸ਼ਾ ਜਿਹੜੀ ਹੈ ਵਰਤੀ ਜਾ ਰਹੀ ਹੈ। ਬਿਲਕੁਲ। ਤੇ ਉਹ ਕਿਤੇ ਨਾ ਕਿਤੇ ਜਿਹਨੂੰ ਆਪਾਂ ਕਹਿੰਦੇ ਨਾ ਪੂਰਾ ਹੋਣ ਵਾਲਾ ਘਾਟਾ, ਤੇ ਉੱਤੋਂ ਦੀ ਭਾਈ ਜਸਵੰਤ ਸਿੰਘ ਖਾਲੜਾ ਜੀ ਵਰਗਿਆਂ ਦੀ ਜੇ ਅਸੀਂ ਹਿਸਟੋਰੀਕਲ ਸਾਡੇ ਐਕਸਪੀਰੀਅੰਸਿਸ ਦੇਖ ਲਈਏ, ਬਿਲਕੁਲ, ਕਿਉਂਕਿ ਹਿਸਟਰੀ ਜਿਹੜੀ ਆ ਉਹ ਫਿਊਚਰ ਦੇ ਥਾਟ ਨੂੰ ਘੜਦੀ ਆ ਤੇ ਜਿਹੜਾ ਪ੍ਰੈਜ਼ੈਂਟ ਹੈ ਉਹਦੇ ਉੱਤੇ ਮਾੜੀ ਮੋਟੀ ਮਲਮ ਲਾ ਸਕਦਾ ਜ਼ਖਮਾਂ ਤੇ। ਪਰ ਜੇ ਅਸੀਂ ਹਿਸਟਰੀ ਦੇਖੀਏ, ਅੱਜ ਦਾ ਪ੍ਰੈਜ਼ੈਂਟ ਦੇਖੀਏ, ਦੋਨੋਂ ਬਹੁਤ ਜ਼ਿਆਦਾ ਦਰਦਨਾਕ ਨੇ। ਬਿਲਕੁਲ। ਤੇ ਫਿਊਚਰ ਦੀ ਜਿਹੜੀ ਹੋਪ ਆ, ਜਿਹੜੀ ਸਰਕਾਰ ਤੇ ਏਜੰਸੀਜ਼ ਹਲੇ ਵੀ ਕਿਤੇ ਨਾ ਕਿਤੇ ਸਾਨੂੰ ਕੁਛ ਉਮੀਦ ਜਿਹੜੀ ਆ ਕਿਤੇ ਨਾ ਕਿਤੇ ਹੈਗੀ ਆ ਵੀ ਇਨਸਾਫ ਹੋਊਗਾ। ਜਿਵੇਂ ਤੁਸੀਂ ਗੱਲ ਕੀਤੀ ਸੀ ਛੋਟੇ ਮੋਟੇ ਪ੍ਰਸ਼ਾਸਨ ਦੇ ਵਿੱਚ ਜਿਹੜੇ ਕਰਮਚਾਰੀ ਨੇ ਜਿਹਦੇ ਲਾਈਨ ਹਾਜ਼ਰ ਕਰ ਦਿੱਤੇ ਜਾਂਦੇ ਆ। ਹੁਣ ਸੰਵਿਧਾਨ ਦਾ ਆਰਟੀਕਲ 14 ਕਹਿੰਦਾ ਰੂਲ ਆਫ ਲਾਅ, ਇਕੁਐਲਿਟੀ ਆਫ ਲਾਅ, ਠੀਕ ਹੈ, ਜਿਹਦੇ ਵਿੱਚ ਇੱਥੇ ਐਂਪਲੀਟਿਊਡ ਦੇਖਣਾ ਪੈਂਦਾ ਕ੍ਰਾਈਮ ਦਾ, ਜੀ ਰੈਂਕ ਦਾ ਨਹੀਂ। ਸਗੋਂ ਤੁਸੀਂ ਦੇਖੋਗੇ ਕਿ ਇੱਕ ਨਾਰਮਲੀ ਬੰਦਾ ਸਕੂਟਰ ਗਲਤ ਚਲਾ ਰਿਹਾ, ਜੋ 20-30 ਦੀ ਸਪੀਡ ਤੇ ਚਲਾ ਰਿਹਾ, ਫਿਰ ਵੀ ਉਹਦੇ ਘੱਟ ਸੱਟ ਲੱਗੂਗੀ। ਬਿਲਕੁਲ। ਉਹੀ ਚੀਜ਼ ਜੋ 100 ਦੀ ਸਪੀਡ ਤੇ ਕਰਦਾ, ਹੁਣ ਇੱਕ SP ਜੇ ਆ ਕਰ ਰਿਹਾ, ਉਹ ਥੱਲੇ ਵਾਲੇ ASI ਨੂੰ ਤੁਸੀਂ ਹਾਇਰਾਰਕੀ ਦੇਖੋ, ਕਿੰਨੇ ਕਾਂਸਟੇਬਲਸ ਆ ਗਏ, ਕਿੰਨੇ ਉਹਦੇ ਥੱਲੇ DSP ਆ ਗਏ, ਉਹਨਾਂ ਨੂੰ ਹੱਲਾਸ਼ੇਰੀ ਦੇ ਰਿਹਾ ਕਿ ਮੇਰਾ ਇਹ ਬਿਹੇਵੀਅਰ ਆ, ਤੁਸੀਂ ਵੀ ਕਰੋ। ਜਦੋਂ ਵੱਡਾ ਅਫਸਰ ਇਹ ਕਰੀ ਜਾਂਦਾ ਫਿਰ ਛੋਟੇ ਤਾਂ ਕਰਨਗੇ ਨਾ। ਸੋ ਇਹਦੇ ਉੱਤੇ ਅਸੀਂ ਕੋਰਟਾਂ ਦੇ ਵਿੱਚ ਤਾਂ ਅਸੀਂ ਦੇਖੋ ਸਮਰਪਿਤ ਹੈਗੇ ਹੀ ਆ ਕਿ ਤੁਸੀਂ ਦੇਖੋ ਕਿ ਲਾਅ ਮੇਕਰਸ ਜਿਹੜੇ ਨੇ ਸਿੰਸ ਇੰਡੀਅਨ ਫਰੀडम ਮੂਵਮੈਂਟ ਤੁਸੀਂ ਦੇਖ ਲਓ ਜਿੰਨੇ ਵੀ ਨੇ, ਵਕਾਲਤ ਇੱਕ ਜ਼ਰੀਆ ਰਹੀ ਹੈ ਇਨਸਾਫ ਲੈਣ ਦਾ, ਜੰਗਾਂ ਲੜਨ ਦਾ। ਬਿਲਕੁਲ। ਕਿਉਂਕਿ ਕਾਨੂੰਨ ਅਮਨ ਸ਼ਾਂਤੀ ਬਹਾਲ ਕਰਨ ਦਾ ਇੱਕ ਤਰੀਕਾ ਮੰਨਿਆ ਗਿਆ। ਪਰ ਇੱਥੇ ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਜਿਹੜਾ ਆ ਕਿ ਉਹ ਇਹਦਾ ਮਤਲਬ ਜਿਹੜੇ ਆ ਸਿਟੀਜ਼ਨਸ ਨੇ, ਜਿਹੜੇ ਆ ਨਾਗਰਿਕ ਨੇ, ਇਹਨਾਂ ਨਾਲ ਕੋਈ ਅਲੱਗ ਵਰਤਾਰਾ ਆਮ ਕਰਕੇ ਤਾਂ ਹੁਣ ਨੂੰ ਐਕਸ਼ਨ ਹੋ ਜਾਂਦਾ। 10ਵੀਂ 12ਵੀਂ ਦੇ ਬੱਚਿਆਂ ਤੱਕ ਦੀਆਂ ਤਲਾਸ਼ੀਆਂ ਲੈ ਲਿਆ ਜਾਂਦੀਆਂ ਮਹਿਜ਼ ਇੱਕ ਫੋਟੋ ਦੇ ਉੱਤੇ। ਬਿਲਕੁਲ। ਤੇ ਉਹਨੂੰ ਨੈਸ਼ਨਲ ਸਿਕਿਉਰਿਟੀ ਦਾ ਨਾਂ ਦਿੱਤਾ ਜਾਂਦਾ। ਤੇ ਇਹ ਨੈਸ਼ਨਲ ਸਿਕਿਉਰਿਟੀ ਨਹੀਂ, ਇਹ ਨੇਸ਼ਨ 'ਚ ਨਹੀਂ ਆਉਂਦੇ ਸਿਟੀਜ਼ਨਸ, ਕਿ ਪਬਲਿਕ ਨਹੀਂ ਹੁੰਦੀ। ਤੁਹਾਡੇ ਅਨੁਸਾਰ ਹੁਣ ਕਾਰਵਾਈ ਕੀ ਹੋਣੀ ਚਾਹੀਦੀ ਹੈ? ਕੀ ਉਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ ਜਾਂ ਸਸਪੈਂਡ ਹੋਣੇ ਚਾਹੀਦੇ ਜਾਂ ਕੀ ਕਾਰਵਾਈ? ਡਿਸਮਿਸਲ ਫਰੋਮ ਸਰਵਿਸ, ਡਿਸਮਿਸਲ ਫਰੋਮ ਸਰਵਿਸ, ਮੈਂਟਲ ਟੈਸਟ ਕਰਾਏ ਜਾਣ, ਸਾਈਕੋਲੋਜਿਸਟ ਨੂੰ ਬਿਠਾਇਆ ਜਾਵੇ ਕਿ ਉਹ ਬੰਦੇ ਦੀ ਮੈਂਟਲ ਸਟੇਟ ਠੀਕ ਹੈ। ਇੰਡੀਆ ਦੇ ਵਿੱਚ ਮੈਂਟਲ ਹੈਲਥ ਕੇਅਰ ਐਕਟ 2017 'ਚ ਆਇਆ। ਹੋ ਸਕਦਾ ਉਸ ਵਿਚਾਰੇ ਤੇ ਕੋਈ ਮਾਨਸਿਕ ਦਬਾਅ ਹੋਣ ਜਾਂ ਉਹਨੂੰ ਕੋਈ ਇੱਕ ਆਪਾਂ ਬਿਮਾਰੀ ਕਹਿੰਦੇ ਆ ਸਕਿਜ਼ੋਫਰੇਨੀਆ, ਜੀ ਮਲਟੀਪਲ ਪਰਸਨੈਲਿਟੀ ਡਿਸਆਰਡਰਸ, ਕਿ ਇੱਕ ਕਈਆਂ ਨੂੰ ਰੰਜਿਸ਼ ਹੈ, ਨਫ਼ਰਤ ਹੈ, ਉਹਨੂੰ ਮਜ਼ਾ ਆਉਂਦਾ। ਇੱਕ ਟਰਮ ਹੈ ਸ਼ੈਡਨ ਫਰੋਡੇ ਕ੍ਰਾਈਮ ਦੇ ਵਿੱਚ, ਉਹ ਬੰਦੇ ਜਿਨ੍ਹਾਂ ਨੂੰ ਕਿਸੇ ਨੂੰ ਤਕਲੀਫ ਦੇ ਕੇ ਬਹੁਤ ਮਜ਼ਾ ਆਉਂਦਾ, ਜਿਹਦੀ ਲਿਸਟ ਦੇ ਵਿੱਚ ਸੁਮੇਧ ਸੈਣੀ ਆਉਂਦਾ। ਤੁਸੀਂ ਇਕੱਲਾ KPS ਗਿੱਲ ਨਹੀਂ, ਤੁਸੀਂ ਅਗਲੇ ਆਫੀਸਰਸ ਵੀ ਦੇਖ ਸਕਦੇ ਹੋ। ਉਹਨਾਂ ਨੂੰ ਥਰਡ ਡਿਗਰੀ ਬਰਗਾੜੀ ਕਾਂਡ ਵੀ ਆਈ ਹੋਇਆ ਸੀ ਨਾ, ਥਰਡ ਡਿਗਰੀ ਟਾਰਚਰ ਕਰਕੇ ਉਹਨਾਂ ਨੂੰ ਬਹੁਤ ਮਜ਼ਾ ਆਉਂਦਾ। ਹੋ ਸਕਦਾ ਇਹਨੂੰ ਵੀ ਕੋਈ ਮਾਨਸਿਕ ਸੰਤੁਲਨ ਜਿਹੜਾ ਇਹਦਾ ਬਰਾਬਰ ਹੁੰਦਾ ਹੋਵੇ ਵੀ ਇਸ ਤਰੀਕੇ ਨਾਲ ਕਰਕੇ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜੀ ਗੌਰਤਲਬ ਨੇ। ਜੀ ਬਿਲਕੁਲ। ਤਾਂ ਸਾਡਾ ਅੱਜ ਦਾ ਮਕਸਦ ਇੰਟਰਵਿਊ ਦਾ ਇਹੀ ਸੀਗਾ। ਵਕੀਲ ਸਾਹਿਬਾਨਾਂ ਦੇ ਨਾਲ ਗੱਲਬਾਤ ਕੀਤੀ ਹੈ, ਫਰਾਂਸ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ, ਜਿਹੜੇ ਮੋਰਚੇ ਨੂੰ ਸੰਭਾਲਦੇ ਨੇ, ਉਹਨਾਂ ਦੀ ਪੂਰੀ ਰੂਪ ਰੇਖਾ ਦੇਖ ਰਹੇ ਨੇ। ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਇਹਨਾਂ ਨੂੰ ਕੌਮੀ ਕਨਵੀਨਰ ਜਿਹੜਾ ਮੋਰਚੇ ਦੇ ਲਗਾਇਆ ਗਿਆ ਗਾ, ਸਾਰਾ ਮੋਰਚੇ ਦੇਖ ਰੇਖ ਕਰਦੇ ਨੇ। ਤਾਂ ਮੋਰਚਾ ਵੀ ਐਕਸ਼ਨ ਲੈ ਰਿਹਾ ਗਾ। ਤੇ ਜਿਹੜੀ ਗੱਲ ਉਸ SP ਦੇ ਵੱਲੋਂ ਕੀਤੀ ਗਈ ਆ, ਤਾਂ ਉਸ SP ਨੇ ਜੋ ਘਟਨਾ ਕੀਤੀ ਉਹ ਲੋਕਾਂ ਦੇ ਸਾਹਮਣੇ ਆ। ਪਰ ਲਾਹਨਤ ਸਾਡੇ ਪ੍ਰਸ਼ਾਸਨ ਤੇ ਸਰਕਾਰ ਦੇ ਉੱਤੇ ਇਸ ਕਰਕੇ ਪੈ ਰਹੀ ਆ, ਇਸ ਕਰਕੇ ਲੋਕ ਸਵਾਲ ਚੁੱਕ ਰਹੇ ਆ ਕਿ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਇੱਕ ਜੇ ਐਡਾ ਅਫਸਰ ਰੈਂਕ ਦਾ ਬੰਦਾ ਜੇ ਇਸ ਤਰ੍ਹਾਂ ਦੀ ਹਰਕਤ ਕਰਦਾ ਤਾਂ ਫਿਰ ਉਹਦੇ ਹੇਠਲੇ ਜਿਹੜੇ ਗੱਲ ਕਰੀਏ ਛੋਟੀ ਪੋਸਟ ਵਾਲੇ ਆ ਜਾਂਦੇ ਆ, ਜਿਹਦੇ ਵਿੱਚ SHO DSP ਜਾਂ ਹੋਰ ਬਹੁਤ ਸਾਰੇ ਮੁਲਾਜ਼ਮ ਆ ਜਾਂਦੇ, ਫਿਰ ਅਸੀਂ ਉਹਨਾਂ ਤੋਂ ਕੀ ਉਮੀਦ ਕਰ ਸਕਦੇ ਹਾਂ? ਇਹ ਬਹੁਤ ਵੱਡਾ ਸਵਾਲ ਖੜਾ ਹੋ ਰਿਹਾ ਤੇ ਇਸ ਨੂੰ ਲੈ ਕੇ ਜਿਹੜੀ ਸਾਡੀ ਕੋਸ਼ਿਸ਼ ਆ ਕਿ ਇਸ ਮੁੱਦੇ ਦੇ ਉੱਤੇ ਜਿੰਨੀ ਚਰਚਾ ਹੋ ਸਕੇ ਅਸੀਂ ਕਰਦੇ ਰਹਿੰਦੇ ਤੇ ਤੁਹਾਡੇ ਰੂਬਰੂ ਹੁੰਦੇ ਰਹਿੰਦੇ ਹਾਂ। ਇਜਾਜ਼ਤ ਦਿਓ, ਧੰਨਵਾਦ।